ਵਾਹਿਗੁਰੂ 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 ਵਾਹਿਗੁਰੂ। ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ ਗੁਰੂ ਨਾਨਕ ਪਗ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰਾਉ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵ ਹਿਰਦੈ ਧਿਆਵ। ਸ੍ਰੀ ਗੁਰੂ ਰਾਮਦਾਸ ਗੁਣ ਗਾਵ ਗੁਰ ਅਰਜੁਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਨਾਮ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦਾ ਬਾਰ ਬਾਰ ਜਗਦੀਸਾ। ਯਾ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੰ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣ ਜਜ ਹਾਥ ਜੋਰ ਕੈ ਬੋਲਾ। ਪ੍ਰਭ ਜੀ ਮੈਂ ਨਾ ਲਿਓ ਕਛ ਮੁੱਲ। ਰਾਵਰ ਕੀ ਸੇਵਾ ਮੈਂ ਕਰਹੂੰ। ਜਨਮ ਸਫਲ ਕੀ ਆਸਾ ਧਰਹੂੰ। ਸੁਣ ਦੇ ਜਹਾਥ ਜੋਰ ਕੈ ਬੋਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ। ਸਰਬ ਕਲਾ ਭਰਪੂਰ। ਕੋਟ ਬ੍ਰਹਮੰਡਾਂ ਦੇ ਮਾਲਕ ਸਾਹਿਬੇ ਕਮਾਲ। ਹਾਲਤ ਪਾਲਤ ਦੇ ਅਰਖਿਅਕ। ਰਾਜਾ ਨਰਾਜ ਪਾਨਾਨ ਭਾਨ ਦੀਵਾਨ ਦੇਵ ਉਪਮਾ ਮਹਾਨ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ
ਹਾਜ਼ੂਰੀ ਅੰਦਰ ਸਬਾਇਮਾਨ ਪਰਮ ਸਨਮਾਨ ਯੋਗ। ਗੁਰਮੁਖ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ। ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਜਿਸ ਨੇ ਅਸਾਂ ਤੇ ਤਰਸ ਕੀਤਾ, ਦਇਆ ਕੀਤੀ। ਮਨੁੱਖਾ ਜ਼ਿੰਦਗੀ ਦਾ ਇੱਕ ਦਿਨ ਹੋਰ ਬਖਸ਼ਿਸ਼ ਕੀਤਾ। ਦੂਸਰੀ ਦਾਤਾ ਜੀ ਦੀ ਮਿਹਰਮਤ ਇਹ ਹੋਈ, ਅਸਾਂ ਨੂੰ ਪ੍ਰੇਰਨਾ ਬਖਸ਼ੀ ਹੈ, ਉਦਮ ਬਖਸ਼ਿਆ ਏ, ਜਿਸ ਦੇ ਸਦਕਾ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ, ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਬੜੇ ਪਿਆਰ ਦੇ ਨਾਲ ਆਪ ਜੀ ਨੇ ਇਲਾਹੀ ਬਾਣੀ, ਅਰਬੀ ਬਾਣੀ ਦੇ ਰਸ ਭਿੰਨੇ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਉਪਰੰਤ ਇਸ ਪਾਵਨ ਅਸਥਾਨ ਤੇ ਧਰਨ ਗਗਨ ਨਵ ਖੰਡ ਮਹਿ, ਜੋਤ ਸਭ ਰੂਪੀ ਰਹਿਓ ਭਰ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਪ੍ਰਤੱਖ ਹਰ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਅਨੁਸਾਰ ਕੱਲ ਦੇ ਦੀਵਾਨ ਅੰਦਰ ਆਪ ਜੀ ਨੇ ਸਰਵਣ ਕੀਤਾ ਕਿ ਵਿਸਾਖੀ ਦਾ ਪੁਰਬ ਆਇਆ, ਸੰਗਤਾਂ ਬਹੁਤ ਆਈਆਂ, ਭੇਟਾਵਾਂ ਬਹੁਤ ਅਰਪਣ ਕੀਤੀਆਂ, ਅੰਨ ਤੇ ਧਨ ਦੇ ਗੁਰੂ ਚਰਨਾਂ ਦੇ ਵਿੱਚ ਅੰਬਾਰ ਲੱਗ ਗਏ। ਇਹ ਜੋੜ ਮੇਲ ਦੀ ਸੰਪੂਰਨਤਾ ਹੋਈ। ਸੰਗਤਾਂ ਆਪੋ ਆਪਣੇ ਘਰਾਂ ਇਲਾਕਿਆਂ ਨੂੰ ਚਲੀਆਂ ਗਈਆਂ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਆਪਣੇ ਸਿੱਖ ਨੂੰ ਬੁਲਾਇਆ। ਕਹਿੰਦੇ ਨੇ, ਜਾ ਭਾਈ, ਉਹ ਜਿਹੜਾ ਬ੍ਰਾਹਮਣ ਦਵਿਜ ਗੰਗਾ ਰਾਮ ਹੈ, ਉਸ ਨੂੰ ਸੱਦ ਕੇ ਲਿਆਓ ਤੇ ਉਹਨੇ ਜੋ ਅੰਨ ਜੋ ਬਾਜਰਾ ਗੁਰੂ ਕੇ ਲੰਗਰਾਂ ਦੇ ਵਿੱਚ ਪਾਇਆ ਏ, ਉਹਦਾ ਉਧਾਰ ਚੁਕਾ ਦਿਓ। ਜਿੰਨੀ ਉਹਦੀ ਰਕਮ ਬਣਦੀ ਹੈ ਹਿਸਾਬ ਕਿਤਾਬ ਉਹਦਾ ਕਰ ਦਿੰਦੇ ਆ। ਸਿੱਖ ਗਏ ਨੇ, ਗੰਗਾ ਰਾਮ ਜੀ ਨੂੰ ਬੁਲਾ ਕੇ ਲਿਆਂਦਾ। ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚਿਆ ਏ, ਮੱਥਾ ਟੇਕ ਕੇ ਹਜ਼ੂਰ ਦੇ ਸਨਮੁਖ ਬੈਠ ਗਿਆ। ਗੁਰ ਅਰਜੁਨ ਦੇਵ ਮਹਾਰਾਜ ਜੀ ਕਹਿੰਦੇ ਨੇ, ਗੰਗਾ ਰਾਮਾ, ਤੇਰਾ ਧੰਨਵਾਦ ਹੈ ਕਿ ਜਦੋਂ ਅਸਾਂ ਨੂੰ ਜ਼ਰੂਰਤ ਸੀ, ਲੋੜ ਸੀ, ਉਸ ਵੇਲੇ ਤੂੰ ਸੇਵਾ ਨਿਭਾਈਏ। ਆਪਣਾ ਅੰਨ ਅਨਾਜ ਬਾਜਰਾ ਗੁਰੂ ਕੇ ਲੰਗਰਾਂ ਵਿੱਚ ਤੂੰ ਪਾਇਆ, ਲੰਗਰ ਚੱਲਦਾ ਰਿਹਾ, ਤੂੰ ਰੁਕਣ ਨਹੀਂ ਦਿੱਤਾ। ਮਹਾਰਾਜ ਕਹਿੰਦੇ ਵੀ ਹੁਣ ਐਂ ਕਰ, ਜਿੰਨਾ ਵੀ ਤੇਰਾ ਮੁੱਲ ਬਣਦਾ ਹੈ, ਜੋ ਕੀਮਤ ਬਣਦੀ ਹੈ, ਉਹ ਦੱਸ, ਤੇ ਜਿੰਨੀ ਆਮ ਦੁਨੀਆ ਦੇ ਬਾਜ਼ਾਰ ਵਿੱਚੋਂ ਰਕਮ ਮਿਲਦੀ ਸੀ, ਅਸੀਂ ਤੈਨੂੰ ਉਹਦੇ ਨਾਲੋਂ ਸਵਾਈ ਜ਼ਿਆਦਾ ਦੇਵਾਂਗੇ। ਮਹਾਰਾਜ ਕਿਉਂ? ਕਹਿੰਦੇ, ਇੱਕ ਤਾਂ ਇਸ ਕਰਕੇ ਤੂੰ ਦੂਰ ਦੇਸ਼ ਤੋਂ ਚੱਲ ਕੇ ਆਇਆ, ਦੂਸਰਾ ਤੂੰ ਇੰਨੇ ਦਿਨ ਉਧਾਰ ਇਹ ਜਿਹੜਾ ਸਾਨੂੰ ਇਹ ਅੰਨ ਦਿੱਤਾ ਏ। ਤੇ ਮਹਾਰਾਜ ਕਹਿਣ ਲੱਗੇ, ਤੀਸਰਾ, ਫਿਰ ਜਦੋਂ ਸਾਨੂੰ ਲੋੜ ਸੀ ਉਸ ਮੌਕੇ ਤੇ ਤੂੰ ਇਹ ਗੁਰੂ ਕੀ ਸੇਵਾ ਨਿਭਾਈ ਹੈ, ਇਸ ਕਰਕੇ ਜਿੰਨੀ ਰਕਮ ਬਣਦੀ ਹੈ 10, ਉਹਦੇ ਨਾਲੋਂ ਜ਼ਿਆਦਾ ਤੈਨੂੰ ਮੁੱਲ ਦਿੱਤਾ ਜਾਏਗਾ। ਗੰਗਾ ਰਾਮ ਨੇ ਹੱਥ ਜੋੜੇ, ਧੰਨ ਗੁਰ ਅਰਜੁਨ ਦੇਵ ਸਾਹਿਬ ਦੇ ਸਨਮੁਖ ਜੋ ਬੇਨਤੀ ਕਰਦਾ ਹੈ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬੜੇ ਪਿਆਰ ਨਾਲ ਇਸ ਤਰ੍ਹਾਂ ਤਰਜ਼ੇ ਬਿਆਨ ਕਰਦੇ ਹਨ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣ ਦੇ ਜਹਾਤ ਜੋਰ ਕੈ ਬੋਲ, ਪ੍ਰਭ ਜੀ ਮੈਂ ਨਾ ਲਿਓ ਕਛ ਮੁੱਲ। ਜਿਸ ਵੇਲੇ ਪਾਤਸ਼ਾਹ ਜੀ ਨੇ ਕਿਹਾ ਇਹਨਾਂ ਕਿ ਤੂੰ ਪਿਆਰਾ ਆਪਣਾ ਮੁੱਲ, ਆਪਣੀ ਕੀਮਤ, ਜਿੰਨੇ ਪੈਸੇ ਬਣਦੇ ਨੇ ਲੈ ਲਾ, ਜ਼ਿਆਦਾ ਦਿਆਂਗੇ। ਇਹਨੇ ਹੱਥ ਜੋੜੇ, ਹੱਥ ਜੋੜ ਕੇ ਬੇਨਤੀ ਕਰਦਾ, ਮਹਾਰਾਜ ਮੈਂ ਤੇ ਇੱਕ ਟਕਾ ਵੀ ਨਹੀਂ ਲੈਣਾ, ਮੈਂ ਤੇ ਮਹਾਰਾਜ ਕੁਛ ਵੀ ਨਹੀਂ ਲੈਣਾ, ਕਿਉਂਕਿ ਮੇਰਾ ਤੇ ਕੁਝ ਹੈ ਹੀ ਨਹੀਂ ਸੀ। ਇਹ ਜੋ ਵੀ ਸੀ ਤੁਹਾਡਾ ਸੀ,
ਤੁਹਾਡੇ ਗੁਰੂ ਕੇ ਸਿੱਖ ਸੰਗਤਾਂ ਦੀ ਲੰਗਰ ਦੇ ਵਿੱਚ ਸੇਵਾ ਦੇ ਵਿੱਚ ਲੱਗ ਗਿਆ। ਮੇਰੇ ਧੰਨ ਭਾਗ ਨੇ, ਮੈਨੂੰ ਹੋਰ ਕੀ ਚਾਹੀਦਾ ਹੈ ਜੀ। ਰਾਵਰ ਕੀ ਸੇਵਾ ਮੈਂ ਕਰਹਾਂ, ਜਨਮ ਸਫਲ ਕੀ ਆਸਾ ਧਰਹਾਂ। ਇਹ ਕਹਿਣ ਲੱਗਿਆ, ਮਹਾਰਾਜ ਜੇ ਤੁਸਾਂ ਨੇ ਮੁੱਲ ਦੇਣਾ ਹੀ ਹੈ, ਜੇ ਤੁਸਾਂ ਨੇ ਕੀਮਤ ਦੇਣੀ ਹੈ, ਇਹਨੇ ਝੋਲੀ ਅੱਡੀਏ, ਝੋਲੀ ਫੁਲਾ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਿਮਰਤਾ ਦੇ ਨਾਲ ਬੇਨਤੀ ਕਰਦਾ, ਮਹਾਰਾਜ ਬਸ ਕਿਰਪਾ ਕਰੋ, ਆਪਣੇ ਚਰਨਾਂ ਦੀ ਸੇਵਾ ਮੇਰੀ ਝੋਲੀ ਪਾ ਦਿਓ, ਇਹੀ ਮੈਨੂੰ ਕੀਮਤ ਚਾਹੀਦੀ ਹੈ, ਇਹੀ ਮੈਨੂੰ ਮੁੱਲ ਦੇ ਦਿਓ ਮਹਾਰਾਜ, ਹੋਰ ਕੁਛ ਨਹੀਂ ਚਾਹੀਦਾ। ਸਤਿਗੁਰ ਕਹਿੰਦੇ ਕਿਉਂ? ਕਹਿੰਦਾ ਦਾਤਾ ਮੈਂ ਆਪਣਾ ਜਨਮ ਸਫਲਾ ਕਰਨਾ ਚਾਹੁੰਦਾ ਵਾਂ। ਇਹ ਰੱਬ ਨੇ ਜੋ ਤਰਸ ਕਰਕੇ ਤੁਮਰੀ ਕਿਰਪਾ ਤੇ ਮਨੁੱਖ ਦੇ ਪਾਈ ਹੈ, ਦੇਹ ਦਰਸ ਹਰ ਰਾਇਆ, ਜੋ ਦਇਆ ਕਰਕੇ ਉਹਨੇ ਮਨੁੱਖਾ ਦੇਹੀ ਦਿੱਤੀ ਏ, ਮਹਾਰਾਜ ਇਹਨੂੰ ਮੈਂ ਲੇਖੇ ਲਗਾਉਣਾ ਚਾਹੁੰਦਾ ਹਾਂ ਜੀ। ਸਗਨ ਜਾਨ ਕੀ ਨਾਹਿਨ ਚਾਹੂ, ਬੈਸ ਬਤਾਵਾਂ ਸੰਗਤ ਮਾਹੂ। ਦਾਤਾ ਬਸ ਆ ਮੇਰੀ ਭਾਵਨਾ ਹੈ, ਤੁਸੀਂ ਇਹੀ ਮੇਰੀ ਪੂਰੀ ਕਰ ਦਿਓ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਮੇਰੇ ਮਨ ਵਿੱਚ ਹੁਣ ਵਾਪਸ ਘਰ ਜਾਣ ਦੀ ਕੋਈ ਚਾਹਨਾ ਨਹੀਂ ਹੈ, ਕੋਈ ਇੱਛਾ ਨਹੀਂ, ਕੋਈ ਤਮੰਨਾ ਨਹੀਂ। ਬਸ ਦਾਤਾ ਜਿੰਨੀ ਕੋ ਰਹਿ ਗਈ ਹੈ ਨਾ, ਮੈਂ ਤੁਹਾਡੇ ਚਰਨਾਂ ਵਿੱਚ ਰਹਿ ਕੇ ਗੁਜ਼ਾਰਨੀ ਚਾਹੁੰਦਾ ਵਾ। ਜਿੰਨੀ ਕੋ ਆਰਬਲ ਰਹਿ ਗਈ ਹੈ ਉਹ ਸੇਵਾ ਦੇ ਵਿੱਚ ਤੇ ਸਿਮਰਨ ਦੇ ਵਿੱਚ ਬਤੀਤ ਕਰਨੀ ਚਾਹੁੰਦਾ ਵਾਂ। ਮਹਾਰਾਜ ਇਹ ਕਿਰਪਾ ਕਰੋ ਜੀ। ਤੁਮ ਤੇ ਪਰੇ ਅਪਰ ਕੋ ਅਨੇਕਾ, ਜਹ ਕਲਿਆਣ ਹੋਏ ਹੈ ਜੀ ਕਾ। ਹਜ਼ੂਰ ਜੀ ਤੁਹਾਡੇ ਤੋਂ ਪਰਾਂ ਹੋਰ ਕੋਈ ਵੀ ਹੁਣ ਮੈਨੂੰ ਚੰਗਾ ਨਹੀਂ ਹੈ, ਤੁਹਾਡੇ ਤੋਂ ਪਰਾਂ ਹੁਣ ਮੈਨੂੰ ਕੋਈ ਵੀ ਪਿਆਰਾ ਨਹੀਂ। ਤੁਸੀਂ ਇੰਨੇ ਪਿਆਰੇ ਲੱਗਦੇ ਹੋ। ਕਿੰਨੇ ਕੋ? ਸਾਹਿਬ ਜੀ ਦੀ ਬਾਣੀ ਵਿੱਚ ਬਚਨ ਆਉਂਦੇ ਨੇ ਕਿ ਸਾਈਂ ਮਹਿੰਡਾ ਇਠੜਾ ਅੰਮ ਅੱਬੇ ਥਾਮੋ ਮਿੱਠੜਾ। ਇਹ ਕਹਿੰਦਾ ਮਹਾਰਾਜ ਤੁਹਾਡੇ ਸਿੱਖਾਂ ਤੋਂ ਮੈਂ ਬਾਣੀ ਸੁਣੀ ਏ, ਉਹਦੇ ਵਿੱਚ ਉਹ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਏ ਕਿ ਅੰਮਾਂ ਦਾ ਰਿਸ਼ਤਾ ਬੜਾ ਪਿਆਰਾ ਏ, ਅੱਬਾ ਦਾ ਰਿਸ਼ਤਾ ਬੜਾ ਚੰਗਾ ਬੜਾ ਪਿਆਰਾ ਹੈ। ਪਰ ਮਹਾਰਾਜ ਤੁਹਾਡੇ ਨਾਲ ਹੁਣ ਅੰਦਰੋਂ ਇੰਨੀ ਕੁ ਪ੍ਰੀਤ ਬਣ ਗਈ ਏ, ਹੁਣ ਅੰਮਾ ਤੇ ਅੱਬਾ ਦਾ ਰਿਸ਼ਤਾ ਵੀ ਤੁਹਾਡੇ ਨਾਲੋਂ ਫਿੱਕਾ ਨਜ਼ਰ ਆਉਂਦਾ ਹੈ। ਸਾਈਂ ਮਹਿੰਡਾ ਇਠੜਾ, ਸਾਈਆਂ ਤੂੰ ਮੈਨੂੰ ਇੰਨਾ ਪਿਆਰਾ ਲੱਗਣਾ ਪਿਆ, ਅੰਮ ਅੱਬੇ ਥਾਵਾਂ ਮਿੱਠੜਾ। ਹੁਣ ਅੰਮਾ ਤੇ ਅੱਬੇ ਨਾਲੋਂ ਵੀ ਤੁਸੀਂ ਮੈਨੂੰ ਚੰਗੇ ਲੱਗਦੇ ਹੋ। ਹੁਣ ਮੈਂ ਘਰ ਨਹੀਂ ਜਾਣਾ ਚਾਹੁੰਦਾ, ਮੈਂ ਇੱਥੇ ਤੁਹਾਡੀ ਹਜ਼ੂਰੀ ਵਿੱਚ ਰਹਿਣਾ ਚਾਹੁੰਦਾ ਹਾਂ ਜੀ। ਨਹ ਤੁਮਰੋ ਦਰ ਸ਼ੋਰਨ ਕਰੋ, ਰਾਵਰ ਨਾਮ ਧਿਆਨ ਕੀ ਹੀ ਧਰੋ। ਇੱਥੇ ਰਹਿ ਕੇ ਸੇਵਾ ਕਰਾਂਗਾ, ਮੇਰੀ ਗਤੀ ਹੋ ਜਾਏਗੀ, ਕਲਿਆਣ ਹੋ ਜਾਏਗਾ, ਮੁਕਤੀ ਹੋ ਜਾਏਗੀ, ਆਉਣਾ ਸਫਲ ਹੋ ਜਾਏਗਾ। ਮਹਾਰਾਜ ਹੁਣ ਮੈਂ ਤੁਹਾਡਾ ਦਰ ਛੱਡ ਕੇ ਕਿਸੇ ਹੋਰ ਥਾਂ ਤੇ ਨਹੀਂ ਜਾਣਾ। ਕਿਉਂ? ਬਿਆਦਰ ਨਾਹੀ ਕਹਿ ਦਰ ਜਾਉ, ਤੇਰੇ ਦਰ ਵਰਗਾ ਸਾਈਆਂ ਹੋਰ ਕੋਈ ਦਾਰੀ ਨਹੀਂ, ਮੈਂ ਜਾਵਾਂ ਕਿੱਥੇ। ਜਿਹ ਦਰ ਆਵਤ ਜਾਤੇ ਹੋ ਹਟਕੇ ਨਾਹੀ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਮਾਲਕਾ ਤੇਰੇ ਦਰ ਵਰਗਾ, ਤੇਰੇ ਘਰ ਵਰਗਾ ਤੇ ਹੋਰ ਦਰ ਕਰ ਹੈ ਹੀ ਨਹੀਂ। ਹੁਣ ਮੈਂ ਜਾਣਾ ਕਿਤੇ, ਮੈਂ ਕਿਧਰੇ ਨਹੀਂ ਜਾਣਾ। ਬਸ ਤੁਹਾਡੇ ਚਰਨਾਂ ਦੇ ਧਿਆਨ ਵਿੱਚ, ਮੈਂ ਤੁਹਾਡੇ ਨਾਮ ਸਿਮਰਨ ਦੇ ਵਿੱਚ ਹੀ ਆਪਣਾ ਬਾਕੀ ਦਾ ਰਹਿੰਦਾ ਸਮਾਂ ਗੁਜ਼ਾਰਨਾ ਚਾਹੁੰਦਾ ਹਾਂ ਜੀ। ਸੁਣ ਬੋਲੇ ਸ਼੍ਰੀ ਸਤਿਗੁਰ ਤਬੈ, ਦਰਬ ਸਰਬ ਲਿਹੋ ਦਿਜ ਬਰ ਅਬੈ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਕਹਿੰਦੇ ਨਹੀਂ ਗੰਗਾ ਰਾਮ, ਇਹ ਬਿਖ ਮੁਕਾਲ ਹੈ, ਤੂੰ ਐਦਾਂ ਨਾ ਕਰ। ਤੇਰਾ ਪਰਿਵਾਰ ਤੇਰੀ ਇੰਤਜ਼ਾਰ ਕਰਦਾ ਹੈ, ਤੇਰੇ ਬੱਚੇ ਤੈਨੂੰ ਉਡੀਕਦੇ ਨੇ। ਉਹ ਸੋਚਦੇ ਹੋਣਗੇ ਕਿ ਹੁਣ ਆਏ, ਅੱਜ ਆਏ, ਕੱਲ ਆਏ, ਬਹੁਤ ਲਾਹਾ ਲੈ ਕੇ ਆਉਂਦੇ ਹੋਣਗੇ ਗੰਗਾ ਰਾਮ ਜੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਤੁਸੀਂ ਜਾਓ, ਦਰਬ ਸਰਬ ਲਿਹੋ ਦਿਸਬਰ ਅਬੈ। ਜਿੰਨੀ ਤੁਹਾਡੀ ਮਾਇਆ ਬਣਦੀ ਹੈ, ਜਿੰਨੀ ਤੁਹਾਡੀ ਰਕਮ ਬਣਦੀ ਹੈ, ਮਹਾਰਾਜ ਕਹਿੰਦੇ ਜਾ ਕੇ ਇਹਨਾਂ ਸਿੱਖਾਂ ਤੋਂ ਪ੍ਰਾਪਤ ਕਰ ਲਵੋ ਜੀ। ਸੋ ਗ੍ਰਹਿ ਆਪਣੇ ਦੇਹੋ ਪੁਚਾਏ, ਕਹਿ ਅਬ ਆਪ ਸੋ ਲਿਹੋ ਸਿਧਾਏ। ਹਜ਼ੂਰ ਜੀ ਨੇ ਕਿਹਾ ਵੀ ਠੀਕ ਹੈ, ਸੇਵਾ ਕਰਨੀ, ਤੂੰ ਇੱਥੇ ਰਹਿਣਾ। ਉਹ ਬਾਅਦ ਦੀਆਂ ਬਾਤਾਂ ਨੇ,
ਪਹਿਲਾਂ ਮਹਾਰਾਜ ਕਹਿੰਦੇ ਆਪਣੀ ਮਾਇਆ ਆਪਣੀ ਰਕਮ ਉਹ ਲੈ ਕੇ ਆਪਣੇ ਘਰ ਪਹੁੰਚਾ ਦਿਓ। ਤੁਹਾਡਾ ਪਿੱਛੇ ਪਰਿਵਾਰ ਹੈ, ਉਹਨਾਂ ਦਾ ਜੀਵਨ ਨਿਰਬਾਹ ਵੀ ਤੇ ਚੱਲਣਾ ਹੈ। ਇਸ ਕਰਕੇ ਸੱਜਣਾ, ਤੇਰੀ ਕਮਾਈ ਸਾਰੀ ਦੀ ਸਾਰੀ ਅਸੀਂ ਰੱਖ ਲਵਾਂਗੇ ਤੇ ਤੇਰੇ ਘਰ ਵਿੱਚ ਮਹਾਰਾਜ ਕੀ ਤੇਰੇ ਬੱਚੇ ਜੋ ਇੰਤਜ਼ਾਰ ਕਰਦੇ ਨੇ ਉਹਨਾਂ ਨੂੰ ਵੀ ਤਾਂ ਇਹ ਮਾਇਆ ਦੀ ਲੋੜ ਹੈ। ਸਤਿਗੁਰ ਕਹਿੰਦੇ ਇਸ ਕਰਕੇ ਮਾਇਆ ਤੂੰ ਲੈ, ਇਹ ਕਿਸੇ ਨਾ ਕਿਸੇ ਢੰਗ ਜਾਂ ਤਾਂ ਆਪ ਲੈ ਕੇ ਰੱਖ ਲੈ ਆਪਣੇ ਕੋਲ ਤੇ ਜਾਂ ਕਿਸੇ ਹੋਰ ਤਰੀਕੇ ਨਾਲ ਆਪਣੇ ਘਰ ਪਹੁੰਚਾ ਦੇਵੋ ਜੀ। ਬਹਰੋ ਆਏ ਕਰੋ ਸਰ ਸੇਵਾ, ਬਾਸ਼ਤ ਪਾਏ ਦੇਹ ਗੁਰਦੇਵ। ਹਾਂ, ਇੱਕ ਵਾਰੀ ਤੂੰ ਰਕਮ ਲੈ, ਪੈਸੇ ਲੈ, ਕਰੇ ਚਲਿਆ ਜਾ, ਦੇ ਆਪਣੇ ਪਰਿਵਾਰ ਨੂੰ ਮਿਲਿਆ। ਮਹਾਰਾਜ ਕਹਿੰਦੇ ਪਰਤ ਕੇ ਫਿਰ ਆ ਜਾਈ। ਮਹਾਰਾਜ ਕਹਿੰਦੇ ਆਣ ਕੇ ਫਿਰ ਸੇਵਾ ਕਰ ਲਈ ਤੇ ਜੋ ਤੇਰੀ ਭਾਵਨਾ ਹੋਏਗੀ ਉਹ ਪੂਰੀ ਹੋਏਗੀ। ਜੋ ਚਾਹੇਗਾ ਤੈਨੂੰ ਮਿਲ ਜਾਵੇਗਾ ਜੀ। ਨਿਜ ਕੋ ਦਰਬ ਲੇਤ ਸੋ ਨਾਹੀ, ਹਮਰੇ ਸਿੱਖ ਦੇਤ ਹਮ ਪਾਹੀ। ਇਹਨੇ ਬੇਨਤੀ ਕੀਤੀ ਮਹਾਰਾਜ ਤੁਹਾਡੇ ਸਿੱਖ ਵੀ ਤਾਂ ਇਹਨਾਂ ਧਨ ਅਰਪਣ ਕਰਦੇ ਪਏ ਨੇ, ਇੰਨੀਆਂ ਵਸਤੂਆਂ ਲਿਆ ਕੇ ਭੇਟਾ ਕਰਦੇ ਨੇ, ਅੰਨ ਦੇ ਇੱਥੇ ਭੰਡਾਰ ਲੱਗੀ ਜਾ ਰਹੇ ਨੇ ਤੇ ਮਹਾਰਾਜ ਫਿਰ ਮੇਰੀ ਸੇਵਾ ਕਿਉਂ ਨਹੀਂ, ਮੈਨੂੰ ਤੁਸੀਂ ਰਕਮ ਕਿਉਂ ਮੋੜਦੇ ਪਏ ਹੋ। ਹਜ਼ੂਰ ਕਹਿੰਦੇ ਵੇ ਗੰਗਾ ਰਾਮਾ, ਤੂੰ ਆਪਣੇ ਬਠਿੰਡੇ ਦੇ ਇਲਾਕੇ ਦਾ ਪੁਰੋਹਿਤ ਹੈ, ਲੋਕ ਤੇਰੀ ਮੰਨਤਾਂ ਵੀ ਕਰਦੇ ਨੇ, ਤੈਨੂੰ ਦਾਨ ਦਸ਼ਨਾ ਵੀ ਦਿੰਦੇ ਨੇ। ਇਸ ਕਰਕੇ ਸਾਹਿਬ ਕਹਿੰਦੇ ਨੇ ਕਿ ਦਿਜ ਕੋ ਦਰਬ ਲੇਤ ਸੋ ਨਾਹੀ, ਕਹਿੰਦੇ ਨੇ ਤੂੰ ਪੁਰੋਹਿਤ ਹੈ, ਤੂੰ ਦਿਜ਼ਬਰ ਹੈ। ਮਹਾਰਾਜ ਕਹਿੰਦੇ ਤੇਰਾ ਧਨ ਅਸਾਂ ਨਹੀਂ ਲੈਣਾ, ਤੇਰੀ ਰਕਮ ਅਸਾਂ ਨਹੀਂ ਰੱਖਣੀ। ਹਮਰੇ ਸਿੱਖ ਦੇਤ ਹਮ ਪਾਹੀ, ਕਹਿਣ ਲੱਗੇ ਜੋ ਸਾਡੇ ਸਿੱਖ ਆਪਣੀ ਮਿਹਨਤ ਦੀ ਕਮਾਈ ਚੋਂ, ਜੋ ਦਸਾਂ ਨਵਾਂ ਦੀ ਕਿਰਤ ਵਿੱਚੋਂ ਲੈ ਕੇ ਆਉਂਦੇ ਨੇ, ਮਹਾਰਾਜ ਕਹਿੰਦੇ ਅਸੀਂ ਉਹੀ ਰੱਖਦੇ ਹਾਂ। ਇਸ ਕਰਕੇ ਸੱਜਣਾ ਕਿ ਵੇਖ ਤੇਰਾ ਪਰਿਵਾਰ ਹੈ, ਤੇਰੇ ਘਰ ਦੇ ਤੇਰਾ ਇੰਤਜ਼ਾਰ ਕਰਦੇ ਨੇ। ਮਹਾਰਾਜ ਕਹਿੰਦੇ ਤੇਰੀ ਰਕਮ ਅਸੀਂ ਨਹੀਂ ਰੱਖਣੀ, ਲੋਚਦੇ ਹਾਂ ਜੀ। ਸਤਿਗੁਰ ਕੇ ਘਰ ਤੋਟ ਨਾ ਕੋਈ, ਆਮਦ ਖਰਚ ਸਦਾਇਮ ਹੋਈ। ਕਹਿਣ ਲੱਗੇ ਇਹ ਗੁਰੂ ਨਾਨਕ ਦਾ ਘਰ ਹੈ ਪਿਆਰਿਆ, ਇੱਥੇ ਕਦੇ ਤੋਟਾ ਨਹੀਂ ਆਉਂਦੀ। ਇੱਥੇ ਭੰਡਾਰ ਇਸੇ ਤਰ੍ਹਾਂ ਚੱਲਦੇ ਰਹਿੰਦੇ ਨੇ ਗੁਰੂ ਕੇ ਲੰਗਰਾਂ ਦੇ, ਇੱਥੇ ਆਉਂਦਾ ਰਹਿੰਦਾ ਹੈ, ਜਾਂਦਾ ਰਹਿੰਦਾ ਹੈ। ਇੱਥੇ ਅੰਨ ਧਨ ਦੀਆਂ ਭਟਾਵਾਂ ਚੜ੍ਹਦੀਆਂ ਰਹਿੰਦੀਆਂ, ਗੁਰੂ ਕੇ ਲੰਗਰ ਚੱਲਦੇ ਰਹਿੰਦੇ ਨੇ। ਆਮਦ ਖਰਚ ਸਦਾਇਮ ਹੋਈ, ਇੱਥੇ ਆਮਦਨ ਵੀ ਹੁੰਦੀ ਹੈ, ਖਰਚਾ ਵੀ ਹੁੰਦਾ ਰਹਿੰਦਾ, ਕਿ ਇੱਥੇ ਚੱਲਦਾ ਰਹਿੰਦਾ। ਟੁੱਟ ਭੰਡਾਰ ਗੁਰੂ ਨਾਨਕ ਦੇ ਘਰ, ਇੱਥੇ ਕਦੇ ਕੋਈ ਤੋਟਾ ਨਹੀਂ ਆਉਂਦੀ। ਤੇ ਵਾਕਿਆ ਗੁਰੂ ਨਾਨਕ ਦੇ ਪਿਆਰਿਓ ਘਰ ਦੇ ਅੰਦਰ ਤੋਟਾ ਹੈ ਵੀ ਨਹੀਂ, ਕਮੀ ਹੈ ਵੀ ਕੋਈ ਨਹੀਂ। ਮੈਨੂੰ ਗੱਲ ਚੇਤੇ ਆ ਗਈ, ਇੱਕ ਸੱਜਣ ਨੇ ਸੁਣਾਈ। ਉਹ ਕਹਿੰਦੇ ਇੱਕ ਦਫਾ ਮੈਂ ਸ੍ਰੀ ਨਾਨਕ ਮਤਾ ਸਾਹਿਬ ਚਲਿਆ ਗਿਆ ਤੇ ਥੋੜੀ ਦੇਰ ਨੂੰ ਮੈਂ ਪਹੁੰਚੀ, ਹਨੇਰਾ ਹੋ ਚੁੱਕਿਆ ਸੀ। ਤੇ ਜਦੋਂ ਉੱਥੇ ਜਿਹੜੇ ਪ੍ਰਬੰਧਕ ਸਨ ਜਾ ਕੇ ਉਹਨਾਂ ਨੂੰ ਮਿਲੇ, ਉਹਨਾਂ ਨੂੰ ਜਾ ਕੇ ਅਸੀਂ ਮਿਲੇ ਤੇ ਆਖਿਆ ਵੀ ਅਸੀਂ ਪੰਜਾਬ ਤੋਂ ਆਏ ਹਾਂ, ਬੜੀ ਦੂਰੋਂ ਆਏ ਹਾਂ ਤੇ ਭੁੱਖ ਵੀ ਲੱਗੀ ਹੈ ਤੇ ਪ੍ਰਸ਼ਾਦਾ ਪਾਣੀ। ਉਹ ਜਿਹੜਾ ਉੱਥੇ ਸੱਜਣ ਬੈਠਾ ਸੀ ਕਹਿੰਦੇ ਉਹਨੇ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਦੇਰ ਨਾਲ ਆਇਓ, ਲੰਗਰ ਤੇ ਮੁੱਕ ਗਿਆ ਹੈ। ਕਹਿਣ ਲੱਗੇ ਜਦੋਂ ਇੰਨੀ ਬਾਤ ਕਹੀ, ਕਹਿੰਦੇ ਅਸੀਂ ਉਹਨੂੰ ਕਿਹਾ ਕਿ ਠੀਕ ਹੈ ਪ੍ਰਸ਼ਾਦਾ ਸਾਨੂੰ ਮਿਲੇ ਚਾਹੇ ਨਾ ਮਿਲੇ, ਦਰਸ਼ਨ ਮੇਲਾ ਅਸੀਂ ਕਰਕੇ ਰਹਿਤ ਰਹਿ ਕੇ ਚਲੇ ਜਾਵਾਂਗੇ, ਪਰ ਅੱਜ ਤੋਂ ਬਾਅਦ ਗੁਰੂ ਨਾਨਕ ਦੇ ਘਰ ਦੇ ਵਾਸਤੇ ਇਹ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਕਿ ਗੁਰੂ ਨਾਨਕ ਦੇ ਘਰੋਂ ਲੰਗਰ ਮੁੱਕ ਗਿਆ। ਸੱਜਣਾ ਜੇ ਬਾਬੇ ਨਾਨਕ ਦੇ ਘਰੋਂ ਮੁੱਕ ਗਿਆ ਤੇ ਫਿਰ ਪੂਰੀਆਂ ਕਿੱਥੇ ਪੈਣਗੀਆਂ। ਇਹ ਕਹੀ ਤੇ ਗੁਰੂ ਨਾਨਕ ਦਾ ਘਰ ਹੈ ਕਿ ਜਿੱਥੋਂ ਲੰਗਰ ਕਦੇ ਮੁੱਕਦਾ ਨਹੀਂ। ਵਕਤੀ ਤੌਰ ਤੇ ਮਸਤਾਨਾ ਹੋ ਸਕਦਾ ਹੈ, ਤੂੰ ਇਹ ਤੇ ਕਹਿ ਸਕਣਾ ਵੀ ਹੁਣ ਤਿਆਰ ਹੁੰਦਿਆਂ ਟਾਈਮ ਲੱਗ ਜਾਊਗਾ ਵੀ ਦੁਬਾਰਾ ਬਣਾ ਦੇਣੇ, ਇਹ ਤੇ ਤੂੰ ਕਹਿ ਸਕਣਾ। ਪਰ ਜਿਹੜਾ ਤੂੰ ਕਹਿੰਦਾ ਲੰਗਰ ਮੁੱਕ ਗਿਆ, ਜੇ ਗੁਰੂ ਨਾਨਕ ਦੇ ਘਰੋਂ ਲੰਗਰ ਮੁੱਕ ਗਿਆ ਤੇ ਫਿਰ ਇਹ ਪੂਰੀਆਂ ਕਿੱਥੇ ਪੈਣਗੀਆਂ। ਦੁਬਾਰਾ ਐਸੀ ਗੱਲ ਨਹੀਂ ਕਰਨੀ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਗੰਗਾ ਰਾਮ ਇਹ ਬਾਬੇ ਨਾਨਕ ਦਾ ਘਰ ਏ, ਇਹ ਤੇ ਆਉਂਦਾ ਵੀ ਰਹਿੰਦਾ ਜਾਂਦਾ ਵੀ ਰਹਿੰਦਾ, ਇਹ ਸਿਲਸਿਲਾ ਇਵੇਂ ਚੱਲਦਾ ਹੈ ਜੀ। ਗੰਗਾ ਰਾਮ ਨਿਮਰ ਹੋਏ ਭਨਿਓ, ਮੈਂ ਮਨ ਤੇ ਰਾਵਰ ਸਿੱਖ ਬਣਿਓ। ਭਾਈ ਗੰਗਾ ਰਾਮ ਜੀ ਨੇ ਫਿਰ ਨਿਮਰਤਾ ਦੇ ਨਾਲ ਬੇਨਤੀ ਕੀਤੀ। ਇਹ ਕਹਿੰਦਾ ਸਤਿਗੁਰੂ ਜੀ, ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਨਹੀਂ ਸੀ ਪਹੁੰਚਿਆ, ਜਦੋਂ ਤੁਹਾਡੇ ਸਿੱਖਾਂ ਦੀ ਸੰਗਤ ਨਹੀਂ ਸੀ ਕੀਤੀ,
ਜਿੰਨੀ ਦੇਰ ਤੱਕ ਤੁਹਾਡੇ ਦੀਦਾਰ ਨਹੀਂ ਸੀ ਪਾਏ ਮਹਾਰਾਜ ਓਨੀ ਦੇਰ ਤੱਕ ਲੋਕਾਂ ਦੇ ਲਈ ਪਰਹੋਤ ਹੋਵਾਂਗਾ, ਪਰ ਜਦੋਂ ਦੀ ਤੁਹਾਡੀ ਹਜ਼ੂਰੀ ਮਿਲ ਗਈ ਏ ਤਨ ਕਰਕੇ ਤੇ ਨਹੀਂ ਮਹਾਰਾਜ ਮਨ ਕਰਕੇ ਮੈਂ ਤੁਹਾਡਾ ਸਿੱਖ ਬਣ ਗਿਆ, ਮੈਂ ਪਰਹੋਤ ਨਹੀਂ ਰਿਹਾ ਮਹਾਰਾਜ। ਹੁਣ ਮੈਂ ਕੋਈ ਪਰਹੋਤ ਨਹੀਂ, ਹੁਣ ਮੈਂ ਕੋਈ ਦਿਵਜ ਨਹੀਂ, ਮਨ ਕਰਕੇ ਮੈਂ ਤੁਹਾਡਾ ਸਿੱਖ ਬਣ ਚੁੱਕਿਆ ਹਾਂ। ਅੱਗੇ ਤੁਸਾਂ ਕਿਰਪਾ ਕਰਨੀ, ਪ੍ਰਵਾਨ ਕਰਨਾ ਜਾਂ ਨਹੀਂ ਕਰਨਾ, ਆਪਣੀ ਸਿੱਖੀ ਦੇਣੀ ਜਾਂ ਨਹੀਂ ਦੇਣੀ ਮਾਲਕ ਤੁਹਾਡੀ ਮਰਜ਼ੀ ਏ, ਪਰ ਮਨ ਹੀ ਮਨ ਦੇ ਵਿੱਚ ਮੈਂ ਹੁਣ ਤੁਹਾਡਾ ਸਿੱਖ ਬਣ ਚੁੱਕਿਆ ਹਾਂ ਜੀ। ਅਰਪਣ ਕਰਿਓ ਆਨ ਮੈਂ ਆਨ, ਕਰਹੁ ਰਾਬਰ ਸੇਵ ਮਹਾਨ। ਹਜ਼ੂਰ ਜੀ ਇਹ ਜਿਹੜਾ ਆਨੇ ਬਸ ਹੁਣ ਅਰਪਣ ਕਰ ਦਿੱਤਾ, ਇਹ ਭੇਟਾ ਕਰ ਦਿੱਤਾ, ਇਹ ਗੁਰੂ ਦਾ ਹੋ ਗਿਆ, ਮੇਰਾ ਕੁਛ ਵੀ ਨਹੀਂ ਹੈ। ਸਤਿਗੁਰੂ ਜੋ ਗੁਰੂ ਘਰ ਇੱਕ ਵਾਰੀ ਦੇ ਦਈਏ ਤੇ ਇਹ ਹਕੀਕਤ ਹੈ ਨਾ ਜੀ। ਵੇਖੋ ਅਸੀਂ ਗੁਰੂ ਘਰ ਕੋਈ ਵੀ ਚੀਜ਼ ਲੈ ਕੇ ਆਉਨੇ ਆ, ਇੱਕ ਵਾਰੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਪਣ ਕਰ ਦਈਏ, ਭੇਟਾ ਰੱਖ ਦਈਏ, ਤੇ ਸਾਨੂੰ ਕੋਈ ਕਹਿ ਦੇ ਕਿ ਜੋ ਤੂੰ ਇਹ ਤੇ ਭੇਟਾ ਰੱਖੀ ਚੱਕ ਕੇ ਲੈ ਜਾ, ਅਸੀਂ ਆਖਾਂਗੇ ਨਾ ਭਾਈ ਹੁਣ ਨਹੀਂ, ਹੁਣ ਇਹ ਗੁਰੂ ਦੀ ਹੋ ਗਈ ਹੈ, ਹੁਣ ਸਾਡਾ ਹੱਕ ਨਹੀਂ ਰਿਹਾ। ਗੁਰੂ ਕੀ ਗੋਲਕ ਵਿੱਚ ਪਾ ਕੇ ਪੈਸੇ ਕੋਈ ਸਾਨੂੰ ਆ ਕੇ ਲੈ ਪਏ ਆਪਣੇ ਪੈਸੇ ਵਾਪਸ ਚੱਕ ਕੇ ਲੈ ਜਾਓ, ਕੋਈ ਲੈ ਕੇ ਜਾਂਦਾ ਜੀ? ਬਿਲਕੁਲ ਨਹੀਂ। ਚਾਹੇ ਕੋਈ ਰਸ਼ਤ ਲੈ ਕੇ ਆਉਂਦਾ, ਕੋਈ ਵਸਤ ਲੈ ਕੇ ਆਉਂਦਾ, ਇੱਕ ਵਾਰੀ ਸਤਿਗੁਰੂ ਦੇ ਚਰਨਾਂ ਵਿੱਚ ਜਿਹੜੀ ਚੀਜ਼ ਅਰਪਣ ਕਰ ਦਿੱਤੀ ਜਾਏ ਮਹਾਰਾਜ, ਉਹ ਫਿਰ ਕਹਿੰਦੇ ਨੇ ਗੁਰੂ ਦੀ ਹੋ ਜਾਂਦੀ ਹੈ। ਚੜਾਉਣ ਵਾਲੇ ਦਾ ਅਰਪਣ ਕਰਨ ਦਾ ਕੋਈ ਹੱਕ ਨਹੀਂ ਰਹਿ ਜਾਂਦਾ। ਸਤਿਗੁਰੂ ਜਿਹੜਾ ਅਨ ਮੈਂ ਇਹ ਬਹਾਨਾ ਇੱਕ ਬਣਿਆ, ਸਤਿਗੁਰੂ ਤੁਸਾਂ ਨੇ ਮੌਕਾ ਦਿੱਤਾ ਹੈ, ਅਸਲ ਵਿੱਚ ਸਤਿਗੁਰੂ ਜੀ ਉਹ ਅਨ ਮੇਰਾ ਹੈ ਹੀ ਨਹੀਂ, ਤੁਹਾਡੇ ਚਰਨਾਂ ਵਿੱਚ ਭੇਟਾ ਹੋ ਗਿਆ, ਹੁਣ ਤੁਹਾਡਾ ਹੈ ਕਿ ਮੇਰਾ ਉਸ ਉੱਤੇ ਕੋਈ ਹੱਕ ਨਹੀਂ ਰਹਿ ਗਿਆ ਹੈ ਜੀ। ਸਦਨ ਜਾਨ ਕੀ ਚਾਹੇ ਨਾ ਮੋਰੇ, ਨਹੀਂ ਮਨੋਰਥ ਮਨ ਮਹਿ ਔਰੇ। ਤੇ ਨਾਲ ਹੀ ਕਹਿੰਦਾ ਮਹਾਰਾਜ ਘਰ ਜਾਣ ਦੀ ਹੁਣ ਇੱਛਾ ਵੀ ਨਹੀਂ ਰਹਿ ਗਈ, ਹੁਣ ਮਨ ਵਿੱਚ ਮੇਰੇ ਕੋਈ ਚਿੱਤ ਚੇਤਾ ਵੀ ਨਹੀਂ, ਕੋਈ ਖਿਆਲ ਵੀ ਨਹੀਂ, ਘਰ ਦੀ ਤੇ ਯਾਦ ਹੀ ਨਹੀਂ ਆਉਂਦੀ ਮਹਾਰਾਜ, ਮੇਰੇ ਮਨ 'ਚ ਹੋਰ ਕੋਈ ਮਨੋਰਥ ਵੀ ਨਹੀਂ ਹੈ, ਹੁਣ ਹੋਰ ਕੋਈ ਸਵਾਰਥ ਨਹੀਂ, ਬਸ ਇੱਕੋ ਹੀ ਮਨੋਰਥ ਹੈ ਕਿ ਤੁਹਾਡੀ ਬਾਣੀ ਸੁਣੀਏ ਤੁਹਾਡੇ ਸਿੱਖਾਂ ਦੇ ਕੋਲੋਂ, ਜੋ ਉਹਨਾਂ ਦੇ ਬਚਨ ਆਪ ਜੀ ਦੇ ਉਚਾਰਨ ਕੀਤੇ ਪੜੇ ਮੈਂ ਸੁਣੇ ਨੇ ਕਿ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਪਜ ਹਰ ਕੀ ਸੇਵ, ਪਜੋ ਗੋਬਿੰਦ ਫੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਮਾਲਕਾ ਹੁਣ ਮੈਂ ਇਹੀ ਲਾਹਾ ਲੈ ਕੇ ਜਾਣਾ ਹੈ ਜੀ। ਆਪਨੋ ਸਿੱਖ ਬਨਾ ਮਨ ਕਰੀਐ ਹੈ, ਔਰ ਤੇ ਭਰਮ ਮੋਹ ਪਰ ਹਰੀਐ। ਮਹਾਰਾਜ ਬਸ ਕਿਰਪਾ ਕਰੋ, ਮੈਨੂੰ ਕੋਈ ਰਕਮ ਨਹੀਂ ਚਾਹੀਦੀ, ਕੋਈ ਪੈਸਾ ਨਹੀਂ ਚਾਹੀਦਾ, ਕੋਈ ਮਾਇਆ ਕੋਈ ਦੌਲਤ ਨਹੀਂ ਚਾਹੀਦੀ, ਮੈਂ ਜੇ ਕਿਰਪਾ ਕਰਨੀ ਹੈ ਮੈਨੂੰ ਸਿੱਖੀ ਦੀ ਦਾਤ ਦੇ ਦਿਓ, ਆਪਣੀ ਸਿੱਖੀ ਮੇਰੀ ਝੋਲੀ ਪਾ ਦਿਓ ਮਹਾਰਾਜ, ਹੋਰ ਕੁਛ ਨਹੀਂ ਚਾਹੀਦਾ, ਮੈਨੂੰ ਆਪਣਾ ਸਿੱਖ ਬਣਾ ਲਓ, ਮੇਰੇ ਅੰਦਰ ਦੇ ਸਾਰੇ ਭਰਮ ਸੰਸੇ ਉਹ ਦੂਰ ਕਰ ਦੇਵੋ ਜੀ। ਦੀਨ ਜਾਨ ਲਿਹੋ ਆਪਨ ਬਨਾਈ, ਪਰਿਓ ਆਨ ਕਰ ਮੈਂ ਸਰਨਾਈ। ਹਜ਼ੂਰ ਮੈਂ ਆਪ ਜੀ ਦੀ ਸਰ ਆਣ ਡਿੱਗਾਵਾਂ, ਆਣ ਪਿਆਵਾਂ, ਬਸ ਮੈਨੂੰ ਦੀਨ ਜਾਣ ਕੇ, ਗਰੀਬ ਜਾਣ ਕੇ, ਨਿਮਾਣਾ ਜਾਣ ਕੇ ਬਸ ਆਪਣਾ ਬਣਾ ਲਓ, ਆਪਣੇ ਨਾਲ ਜੋੜ ਲਓ। ਇਹਦੀ ਹੁਣ ਅੰਦਰ ਦੀ ਭਾਵਨਾ ਇਹ ਬਣ ਚੁੱਕੀ ਹੈ ਕਿ ਨਾਨਕ ਗਰੀਬ ਟਹਿ ਪਿਆ ਦੁਆਰੇ, ਹਰ ਮੇਰ ਲਿਹੋ ਵਡਿਆਈ। ਇਹਦੇ ਅੰਦਰ ਹੁਣ ਇਹ ਆਵਾਜ਼ ਨਿਕਲਦੀ ਹੈ ਜੀ। ਜਿਉ ਭਾਵੈ ਤਿਉ ਰਾਖ ਲੈ, ਹਮ ਸ਼ਰਨ ਪ੍ਰਭ ਆਏ RAM ਰਾਜੇ। ਜਿਉ ਭਾਵੈ ਤਿਉ ਰਾਖ ਲੈ, ਹਮ ਸ਼ਰਨ ਪ੍ਰਭ ਆਏ RAM ਰਾਜੇ। ਦੀਨ ਜਾਨ ਲਹੁ ਆਪਨ ਬਨਾਈ, ਪਰਿਓ ਆਨ ਕਰ ਮੈਂ ਸਰਣਾਈ। ਸਗਲ ਤਿਆਗ ਗੁਰ ਸਰਨੀ ਆਇਆ, ਰਾਖੋ ਰਾਖਨ ਹਾਰੇ ਮਾਲਕਾ ਤੁਹਾਡੀ ਚਰਨ ਸਰਨ ਵਿੱਚ ਆ ਗਿਆ। ਮੋਹੇ ਗਰੀਬ ਕੋ ਲਿਓ ਰਲਾਏ, ਬਸ ਆਪਣੇ ਚਰਨਾਂ ਦੇ ਨਾਲ ਜੋੜ ਲਵੋ ਜੀ। ਦੀਨ ਦਇਆਲ ਸ਼ੁਭ ਨਾਮ ਸੁਨਿਓ ਹੈ, ਸਿੱਖਨ ਬਤਸਲ ਬਿਰਦ ਗੁਨਿਓ ਹੈ। ਮਹਾਰਾਜ ਮੈਂ ਆਪ ਜੀ ਦਾ ਨਾਮ ਸੁਣਿਆ ਏ, ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਹੋ, ਤੁਸੀਂ ਗਰੀਬ ਨਵਾਜ ਹੋ, ਤੁਸੀਂ ਡਿੱਗਿਆਂ ਨੂੰ ਗਲੇ ਲਗਾਉਣ ਵਾਲੇ ਹੋ। ਮਹਾਰਾਜ ਮੈਂ ਸੁਣਿਆ ਤੁਹਾਡਾ ਨਾਮ ਦੀਨ ਦਿਆਲ ਹੈ,
ਤੇ ਦੂਸਰਾ ਸਤਿਗੁਰੂ ਤੁਹਾਡਾ ਬਿਰਦ ਹੈ ਕਿ ਤੁਸੀਂ ਆਪਣੇ ਸਿੱਖਾਂ ਨੂੰ ਪਿਆਰ ਬਹੁਤ ਕਰਦੇ ਹੋ, ਤੁਸੀਂ ਬਹੁਤ ਮਹਾਰਾਜ ਆਪਣੇ ਸਿੱਖਾਂ ਨੂੰ ਸਤਿਕਾਰ ਦਿੰਦੇ ਹੋ, ਉਹਨਾਂ ਤੇ ਬੜੀ ਕਿਰਪਾ ਕਰਦੇ ਹੋ। ਬਸ ਮੇਰੇ ਤੇ ਵੀ ਮਿਹਰ ਕਰੋ, ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਵੋ ਜੀ। ਸ਼ੋਰੋ ਨਹੀਂ ਆਸਰੋ ਰਾਵਰ, ਤਜੇ ਜਿਹ ਅਪਰ ਗਿਨੈ ਕੋ ਬਾਬਰ। ਤੁਹਾਡੇ ਚਰਨਾਂ ਦੀ ਟੇਕ ਲਈ ਹੈ, ਤੁਹਾਡੇ ਚਰਨਾਂ ਦਾ ਹੁਣ ਆਸਰਾ ਲਿਆ ਮਹਾਰਾਜ। ਹੁਣ ਇਹ ਆਸਰਾ ਮੈਂ ਛੱਡ ਕੇ ਕਿਧਰੇ ਨਹੀਂ ਜਾਣਾ। ਕਿਉਂ ਮਹਾਰਾਜ? ਤੁਹਾਡੇ ਸਿੱਖਾਂ ਤੋਂ ਮੈਂ ਇਹ ਹੁਣ ਬਚਨ ਸੁਣ ਬੈਠਾ ਵਾਂ ਕਿ ਜਾਂ ਕਾ ਠਾਕੁਰ ਉੱਚਾ ਹੋਈ, ਸੋ ਜਨ ਪਰ ਘਰ ਜਾਤ ਨਾ ਸੋਹੀ। ਜਿਹਦਾ ਮਾਲਕ ਇੰਨਾ ਉੱਚਾ ਤੇ ਵੱਡਾ ਹੋਵੇ ਉਹ ਫਿਰ ਆਮ ਛੋਟੇ ਮੋਟਿਆਂ ਦੇ ਦਰਾਂ ਤੇ ਜਾਂਦਾ ਚੰਗਾ ਨਹੀਂ ਲੱਗਦਾ। ਸਤਿਗੁਰੂ ਇਸ ਕਰਕੇ ਤੁਹਾਡੇ ਦਰ ਤੋਂ ਵੱਡਾ ਕੋਈ ਦਰ ਨਹੀਂ ਹੈ। ਮੈਂ ਹੁਣ ਕਿਧਰੇ ਨਹੀਂ ਜਾਣਾ, ਤੁਹਾਡੇ ਚਰਨਾਂ ਦਾ ਆਸਰਾ ਤੇ ਆ ਕੇ ਜੇ ਕਿਧਰੇ ਹੋਰ ਜਾਵਾਂਗਾ ਤੇ ਲੋਕੀ ਕਹਿਣਗੇ ਕਿਤਨਾ ਕਮਲਾ ਏ, ਕਿਤਨਾ ਝੱਲਾ ਏ। ਇਹ ਪਾਤਸ਼ਾਹਾਂ ਦੇ ਪਾਤਸ਼ਾਹ ਦਾ ਦਰ ਛੱਡ ਕੇ ਤੇ ਆਮ ਮਨੁੱਖਾਂ ਦੇ ਦਰਾਂ ਦੀ ਚਾਕਰੀ ਪਿਆ ਕਰਦਾ। ਲੋਕੀ ਕੀ ਕਹਿਣਗੇ? ਮਹਾਰਾਜ ਨਹੀਂ, ਹੁਣ ਕਿਧਰੇ ਨਹੀਂ ਜਾਣਾ ਹੈ ਜੀ। ਕਰ ਨਿਸ਼ਚੈ ਮੈਂ ਗਹਿਓ ਅਲੰਭ, ਬੈਠਿਓ ਤਜ ਕਹਿ ਸਰਬ ਕੁਟੰਬ। ਤੁਹਾਡੇ ਤੇ ਨਿਸ਼ਚਾ ਕਰਕੇ, ਵਿਸ਼ਵਾਸ ਕਰਕੇ, ਪ੍ਰਤੀਤ ਕਰਕੇ ਤੁਹਾਡੇ ਆਸਰੇ ਹੁਣ ਮੈਂ ਬੈਠਾ ਵਾਂ, ਤੁਹਾਡੀ ਓਟ ਪਕੜੀਏ ਮਹਾਰਾਜ। ਮੈਂ ਹੁਣ ਆਪਣਾ ਘਰ ਪਰਿਵਾਰ ਕੁਟੰਬ ਬਸ ਉਹਦੇ ਨਾਲ ਹੁਣ ਮੇਰਾ ਕੋਈ ਲਗਾਵ ਨਹੀਂ ਹੈ। ਉਹਦੇ ਨਾਲ ਹੁਣ ਮੈਨੂੰ ਇਵੇਂ ਲੱਗਦਾ ਕਿ ਕੋਈ ਮੈਨੂੰ ਸੰਬੰਧ ਵੀ ਨਹੀਂ ਲੱਗਦਾ ਪਿਆ ਮਹਾਰਾਜ। ਤੁਹਾਡੇ ਚਰਨਾਂ ਦਾ ਮੈਂ ਇੰਨਾ ਕੋ ਭੌਰਾ ਬਣ ਚੁੱਕਿਆ ਹਾਂ ਜੀ। ਨਹੀਂ ਪ੍ਰੀਤ ਅਬ ਕਿਸ ਕੇ ਸਾਥ, ਕਰਿਓ ਖੋਜ ਮੈਂ ਤੁਮ ਕੋ ਨਾਥ। ਸਤਿਗੁਰੂ ਜੀ ਹੁਣ ਪਤਾ ਨਹੀਂ ਕੀ ਗੱਲ, ਕਿਸੇ ਨਾਲ ਤੇ ਮੇਰਾ ਮੋਹ ਹੀ ਨਹੀਂ ਰਹਿ ਗਿਆ, ਸਨੇਹ ਹੀ ਨਹੀਂ ਰਹਿ ਗਿਆ। ਤੁਹਾਡੇ ਤੋਂ ਬਿਨਾਂ ਹੁਣ ਕੋਈ ਚੰਗਾ ਨਹੀਂ ਲੱਗਦਾ। ਹੁਣ ਤੇ ਬਸ ਇਹ ਖੇਡ ਬਣ ਗਈ ਏ ਕਿ ਰਾਜ ਨਾ ਚਾਹਉ ਮੁਕਤ ਨਾ ਚਾਹਉ, ਮਨ ਪ੍ਰੀਤ ਚਰਨ ਕਮਲਾਰੇ। ਨਾ ਰਾਜ ਭਾਗ ਚਾਹੀਦਾ ਨਾ ਮੁਕਤੀ ਚਾਹੀਦੀ ਹੈ ਦਾਤਾ, ਬਸ ਤੇਰੇ ਚਰਨਾਂ ਦੀ ਅੰਦਰ ਪ੍ਰੀਤ ਹੀ ਬਣੀ ਰਹੇ। ਜੋ ਪ੍ਰੀਤ ਵਿੱਚ ਆਨੰਦ ਹੈ ਇਹ ਸ਼ਾਇਦ ਮੁਕਤੀ ਵਿੱਚ ਵੀ ਨਾ ਹੋਵੇ। ਕੁਛ ਨਹੀਂ ਚਾਹੀਦਾ ਕਿਸੇ ਨਾਲ। ਹੁਣ ਮੇਰੀ ਪ੍ਰੀਤ ਨਹੀਂ ਹੈ। ਜੇ ਬਾਬਾ ਨਾਮਦੇਵ ਜੀ ਕਹਿੰਦੇ ਨੇ ਲੋਗ ਕੁਟੰਬ ਸਭ ਹੂੰ ਤੇ ਤੋਰੈ, ਤੋ ਆਪਣ ਬੇੜੀ ਆਵੈ ਹੋ। ਹੁਣ ਉਹ ਖੇਡ ਬਣ ਗਈ ਜੋ ਬਾਬਾ ਰਵਿਦਾਸ ਜੀ ਕਹਿੰਦੇ ਨੇ ਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਦਾਤਾ ਹੁਣ ਕਿਸੇ ਨਾਲ ਕੋਈ ਸਨੇਹ ਨਹੀਂ ਰਹਿ ਗਿਆ, ਮੋਹ ਨਹੀਂ ਰਹਿ ਗਿਆ। ਤੁਹਾਨੂੰ ਮੈਂ ਖੋਜ ਲਿਆ, ਤੁਸੀਂ ਮਿਲ ਗਏ ਹੋ ਮੈਨੂੰ। ਹੁਣ ਤੇ ਇਹ ਖੇਡ ਬਣ ਗਈ ਕਿ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗੰਮ ਪਾਰਾ, ਹੋਰ ਕੁਝ ਨਹੀਂ ਚਾਹੀਦਾ ਹੈ ਜੀ। ਆਸ ਦ੍ਰਿੜ ਨਿਸ਼ਚਾ ਦਿਜ ਕੋ ਦੇਖ, ਸ਼੍ਰੀ ਅਰਜਨ ਕਰ ਕਿਰਪਾ ਵਸੇਖ। ਜੇ ਸਵੇਰੇ ਮਹਾਰਾਜ ਨੇ ਉਹਦਾ ਨਿਸ਼ਚਾ ਤੱਕਿਆ, ਉਹਦਾ ਵਿਸ਼ਵਾਸ, ਉਹਦਾ ਸਿਦਕ, ਉਹਦੇ ਅੰਦਰ ਦੀ ਅਡੋਲਤਾ, ਉਹਦੀ ਸ਼ਰਧਾ, ਉਹਦੀ ਭਾਵਨਾ ਮੇਰੇ ਸਾਹਿਬ ਨੇ ਤੱਕੀ ਤੇ ਸਾਹਿਬ ਗੁਰ ਅਰਜੁਨ ਦੇਵ ਮਹਾਰਾਜ ਜੀ ਨੇ ਕਹਿੰਦੇ ਨੇ ਸ੍ਰੀ ਅਰਜਨ ਕਰ ਕਿਰਪਾ ਵਸ਼ੇਖ। ਮਹਾਰਾਜ ਨੇ ਪਰ ਵਿਸ਼ੇਸ਼ ਖਾਸ ਕਿਰਪਾ ਉਸ ਉੱਤੇ ਕੀਤੀ ਹੈ ਜੀ। ਨਿਰਮਲ ਜਲ ਤੇ ਚਰਨ ਪਖਾਰੇ, ਪਾਹੁਲ ਗਈ ਸੰਦੇਹ ਨਵਾਰੇ। ਮਹਾਰਾਜ ਨੇ ਫਿਰ ਉਸ ਵੇਲੇ ਕਿਹਾ ਸਿੱਖੋ ਲਿਆਓ ਨਿਰਮਲ ਜਲ। ਨਿਰਮਲ ਜਲ ਲਿਆਂਦਾ ਗਿਆ। ਸਤਿਗੁਰੂ ਮਹਾਰਾਜ ਜੀ ਦੇ ਫਿਰ ਪਿਆਰੇ ਚਰਨ ਧੋ ਕੇ ਚਰਨ ਪੌੜ ਗੰਗਾ ਰਾਮ ਨੂੰ ਦੇ ਕੇ ਮਹਾਰਾਜ ਜੀ ਨੇ ਸਿੱਖੀ ਦੀ ਦਾਤ ਬਖਸ਼ੀ ਹੈ ਜੀ। ਆਪਣੀ ਸੇਵਾ ਵਿਖੇ ਲਗਾਇਓ, ਮੋਖ ਕਰਨ ਕੋ ਸਿੱਖ ਬਣਾਇਓ। ਸਤਿਗੁਰੂ ਮਹਾਰਾਜ ਜੀ ਨੇ ਫਿਰ ਇਹਨੂੰ ਪਿਆਰ ਇੱਥੇ ਆਪਣੀ ਸੇਵਾ ਦੇ ਵਿੱਚ ਲਗਾ ਲਿਆ। ਮੋਖ ਕਰਨ ਕੋ ਇਹਦੀ ਬੰਦ ਖਲਾਸੀ ਕਰਨ ਦੇ ਲਈ, ਇਹਦਾ ਆਵਾਗਮਨ ਨਿਵਾਰਨ ਦੇ ਲਈ, ਇਹਦੀ 84 ਕੱਟਣ ਦੇ ਲਈ, ਸਦਾ ਲਈ ਅਕਾਲ ਪੁਰਖ ਦੇ ਵਿੱਚ ਅਭੇਦ ਕਰਨ ਦੇ ਲਈ ਮੇਰੇ ਸਾਹਿਬ ਜੀ ਨੇ ਇਹਨੂੰ ਫਿਰ ਸੇਵਾ ਦੇ ਵਿੱਚ ਲਗਾ ਲਿਆ। ਸਿੱਖੀ ਦੀ ਦਾਤ ਬਖਸ਼ ਕਰ ਦਿੱਤੀ ਹੈ ਜੀ। ਔਰ ਆਨੰਦ ਲਹਿ ਸੇਵਾ ਲਾਗਿਓ, ਪੂਰਬ ਭਾਗ ਭਾਲ ਪਰ ਜਾਗਿਓ। ਇਹਦੇ ਮੱਥੇ ਦੇ ਪੂਰਬਲੇ ਕੋਈ ਕਰਮਾਂ ਦੇ ਭਾਗ ਜਾਗ ਪਏ, ਭਾਗ ਜਾਗ ਪਏ। ਵੱਡੇ ਭਾਗ ਪੇਟੇ ਗੁਰਦੇਵਾ, ਕੋਟ ਪੁਰਾਦ ਮਿਟਿਆਰ ਸੇਵਾ ਵਾਲੀ ਕਿਰਪਾ ਹੋ ਗਈ ਇਸ ਉੱਤੇ। ਅੰਦਰ ਇਹਦੇ ਆਨੰਦ ਹੀ ਆਨੰਦ ਹੈ।
ਬੜੇ ਪ੍ਰੇਮ ਚਾਉ ਦੇ ਨਾਲ ਹੁਣ ਸੇਵਾ ਕਰੀ ਜਾਂਦਾ ਹੈ ਜੀ। ਦਿਨ ਪ੍ਰਤਕਾਰ ਕਰਤ ਹੈ ਜਿਉ ਜਿਉ ਔਰ ਨਿਰਮਲ ਜਿਸ ਹੋਵੈ ਜਿਜ ਹੋਵੈ ਤਿਉ ਤਿਉ। ਜਿਵੇਂ ਜਿਵੇਂ ਇਹ ਕਾਰ ਕਰ ਰਿਹਾ, ਜਿਵੇਂ ਜਿਵੇਂ ਸੇਵਾ ਕਰਦਾ ਹੈ, ਹੱਥਾਂ ਨਾਲ ਸੇਵਾ ਕਰਦਾ ਹੈ, ਰਸ ਨਾਲ ਗੁਰੂ ਗੁਰੂ ਜਪਦਾ ਹੈ, ਮਨ ਵਿੱਚ ਗੁਰੂ ਦੀ ਆਰਾਧਨਾ ਕਰਦਾ ਏ, ਜਿਵੇਂ ਜਿਵੇਂ ਇਹ ਕਾਰ ਕਰਦਾ, ਸੇਵਾ ਕਰਦਾ, ਗੁਰੂ ਗੁਰੂ ਜਪਦਾ, ਬਾਣੀ ਪੜ੍ਹਦਾ ਸੁਣਦਾ, ਤਿਵੇਂ ਤਿਵੇਂ ਇਹਦਾ ਅੰਦਰ ਹੋਰ ਨਿਰਮਲ ਹੋਈ ਜਾ ਰਿਹਾ, ਪਵਿੱਤਰ ਹੋਈ ਜਾ ਰਿਹਾ, ਪਨੀਤ ਹੋਈ ਜਾ ਰਿਹਾ ਹੈ ਜੀ। ਕੇਤਕ ਕਾਲ ਰਹਿਓ ਜਬ ਪਾਸ ਸ਼੍ਰੀ ਅਰਜਨ ਕਰ ਕਿਰਪਾ ਪ੍ਰਕਾਸ਼। ਪਿਆਰਿਓ ਜਿਵੇਂ ਜਿਵੇਂ ਕੋਈ ਸਿਮਰਨ ਕਰਦਾ, ਬਾਣੀ ਪੜ੍ਹਦਾ ਤੇ ਮਨ ਧੋਤਾ ਜਾਂਦਾ, ਨਿਰਮਲ ਹੁੰਦਾ। ਇਸੇ ਕਰਕੇ ਸਾਹਿਬ ਜੀ ਨੇ ਕਿਹਾ ਕਿ ਗੁਰੂ ਕੇ ਸਿੱਖਾਂ ਤੋਂ ਨਿਤ ਨੇਮ ਕਰਨਾ ਹੈ। ਜੋ ਬਾਣੀ ਪੜ੍ਹਨੀ ਹੈ ਇਹ ਅੰਮ੍ਰਿਤ ਵੇਲੇ ਦਾ ਨਿਤ ਤੋਂ ਮੁਰਾਦ ਹੈ ਕਿ ਨਿਤ ਇਹ ਨੇਮ ਤੋਂ ਨਿਭਾਉਣਾ ਹੀ ਨਿਭਾਉਣਾ ਹੈ। ਅੰਮ੍ਰਿਤ ਵੇਲੇ ਇਹ ਪੰਜਾਂ ਬਾਣੀਆਂ ਦਾ ਤੋਂ ਨਿਤ ਨੇਮ ਕਰਨਾ ਹੈ, ਸੋਦਰ ਦਾ ਨਿਤ ਨੇਮ ਕਰਨਾ ਹੈ, ਸੋਹਲੇ ਦਾ ਨਿਤ ਨੇਮ ਕਰਨਾ ਹੈ। ਇਹ ਗੁਰੂ ਘਰ ਆਉਣਾ, ਸਤ ਸੰਗ ਵਿੱਚ ਆਉਣਾ, ਇਹ ਵੀ ਤੇਰੇ ਨਿਤ ਨੇਮ ਦਾ ਹਿੱਸਾ ਹੈ। ਸੰਗਤ ਵਿੱਚ ਆਉਣਾ, ਆਣ ਕੇ ਬਾਣੀ ਪੜ੍ਹਨੀ, ਬਾਣੀ ਸੁਣਨੀ, ਕੀਰਤਨ ਸੁਣਨਾ। ਇਹ ਕਿਉਂ ਸੁਣਨਾ ਜੀ? ਇਹਦੇ ਨਾਲ ਮਨ ਧੋਤਾ ਜਾਂਦਾ ਹੈ। ਇਹਦੇ ਨਾਲ ਜਿਵੇਂ ਜਿਵੇਂ ਆਪਾਂ ਇਹ ਨੇਮ ਨਿਭਾਉਂਦੇ ਆ ਨਾ, ਮਨ ਸ਼ੁੱਧ ਹੁੰਦਾ ਹੈ। ਮੈਨੂੰ ਬੜੀ ਸੋਹਣੀ ਪਿਆਰ ਉਦਾਹਰਨ ਬੜੀ ਚੰਗੀ ਲੱਗੀ। ਬਾਬਾ ਵਰਿਆਮ ਸਿੰਘ ਰਤਵਾੜੇ ਵਾਲੇ ਉਹਨਾਂ ਦੇ ਨਾ ਅਸਥਾਨ ਤੋਂ ਇੱਕ ਪੁਸਤਕ ਛਪਦੀ ਆਤਮ ਮਾਰਗ, ਉਹਦੇ ਵਿੱਚ ਨਾ ਬੜੀ ਸੋਹਣੀ ਉਦਾਹਰਨ ਦਿੱਤੀ ਸੀ। ਉਹ ਕਹਿੰਦੇ ਨੇ ਕਿ ਵੇਖੋ, ਇਹ ਪਿਤਾ ਨੇ ਆਪਣੇ ਬਾਪੂ ਨੇ ਬੱਚੇ ਨੂੰ ਆਵਾਜ਼ ਮਾਰੀ, ਬੇਟਾ ਕਿ ਆਪਣੀਆਂ ਮੱਝਾਂ ਗਾਵਾਂ ਤਰੇ ਲੱਗੀਏ ਪਿਆਸੀਆਂ ਨੇ, ਇਹ ਜੋ ਮੋਟਰ ਦਾ ਹੌਦ ਹੈ ਉਥੋਂ ਪਾਣੀ ਡਾਹ ਦੇ। ਤੇ ਬੱਚਾ ਕਹਿੰਦਾ ਬਾਪੂ ਪਾਣੀ ਬੜਾ ਗੰਦਾ ਹੈ। ਉਹ ਕਿਹਾ, ਪੁੱਛਿਆ ਜੀ ਕਿਉਂ? ਉਹ ਕਹਿੰਦਾ ਵੀ ਅੱਜ ਮਾਂ ਨੇ ਇਹਦੇ ਵਿੱਚ ਨਾ ਕੱਪੜੇ ਧੋਤੇ ਸਨ ਤੇ ਕੱਪੜਿਆਂ ਸਾਬਣ ਵਾਲਾ ਇਹ ਪਾਣੀ ਹੋ ਗਿਆ, ਇਹ ਪਾਣੀ ਗੰਦਾ ਏ, ਇਹ ਮੱਝਾਂ ਗਾਵਾਂ ਨੂੰ ਡਾਉਣ ਵਾਲਾ ਨਹੀਂ ਰਿਹਾ। ਬਾਪੂ ਹੌਦ ਦਾ ਪਾਣੀ ਗੰਦਾ ਏ, ਇਹ ਸਾਬਣ ਵਾਲਾ ਏ, ਕਿਉਂ ਕੱਪੜੇ ਧੋਤੇ ਨੇ ਮਾਂ ਨੇ, ਭੈਣ ਨੇ। ਤੇ ਅੱਗੋਂ ਬਾਪੂ ਕਹਿੰਦਾ ਫਿਰ ਕੀ ਹੋਇਆ, ਲਾਈਟ ਆ ਰਹੀ ਏ, ਐ ਕਰ ਤੇ 5-7 ਮਿੰਟ ਨਾਲ ਮੋਟਰ ਚਲਾ ਦੇ। ਬਾਪੂ ਦਾ ਕਹਿਣਾ ਮੰਨਿਆ, ਬੱਚੇ ਨੇ ਮੋਟਰ ਚਲਾਈ। ਜਿਸ ਵੇਲੇ ਬੇਟੇ ਨੇ ਮੋਟਰ ਚਲਾਈ ਤੇ ਜਦੋਂ 5-10 ਮਿੰਟ ਲਗਾਤਾਰ ਮੋਟਰ ਚੱਲਦੀ ਰਹੀ, ਹੋਇਆ ਕੀ? ਪਿਆਰ ਜਿਹੜਾ ਗੰਦਾ ਪਾਣੀ ਸੀ ਸਾਬਣ ਵਾਲਾ ਨਿਕਲਦਾ ਗਿਆ, ਸਾਫ਼ ਪਾਣੀ ਪੈਂਦਾ ਗਿਆ। 5-10 ਮਿੰਟਾਂ ਤੋਂ ਬਾਅਦ ਬਾਪੂ ਕਹਿੰਦਾ, ਪਿਆਰਾ ਵੇਖ ਸਾਰਾ ਗੰਦਾ ਪਾਣੀ ਚਲਿਆ ਗਿਆ, ਹੁਣ ਨਿਰਮਲ ਜਲ ਹੈ, ਸਾਫ਼ ਪਾਣੀ ਹੈ, ਹੁਣ ਮੱਝਾਂ ਨੂੰ ਡਾਹ। ਆ ਜਿਹੜਾ ਨਿਤਨੇਮ ਕਰਨਾ ਹੈ, ਸਤ ਸੰਗ ਵਿੱਚ ਆਉਣਾ, ਰੋਜ਼ ਸੇਵਾ ਕਰਨੀ ਹੈ, ਬਾਣੀ ਪੜ੍ਹਨੀ, ਬਾਣੀ ਸੁਣਨੀ, ਇਹ ਰੋਜ਼ ਦੀ ਰੋਜ਼। ਪਿਆਰੋ ਮੋਟਰ ਚਲਾਉਣੀ ਹੈ ਨਾਲ ਦੀ ਨਾਲ ਕਿ ਕਿਧਰੇ ਅਸੀਂ ਵਿਚਰਦੇ ਹਾਂ ਸਮਾਜ ਵਿੱਚ, ਕਦੇ ਅੱਖਾਂ ਕੁਝ ਬੁਰਾ ਦੇਖ ਲੈਂਦੀਆਂ ਨੇ, ਕੰਨ ਕੁਝ ਬੁਰਾ ਸੁਣ ਲੈਂਦੇ ਨੇ, ਜ਼ੁਬਾਨ ਕਿਤੇ ਬੁਰਾ ਬੋਲ ਵੀ ਲੈਂਦੀ ਹੈ, ਮਨ ਵਿੱਚ ਕੋਈ ਭੈੜਾ ਖਿਆਲ ਚਲਿਆ ਵੀ ਜਾਂਦਾ ਹੈ। ਇਹ ਨਿਤਨੇਮ ਤਾਂ ਕਰਨਾ ਹੈ ਕਿ ਜੋ ਅੰਦਰ ਏਦਾਂ ਦਾ ਕੋਈ ਚਲਿਆ ਵੀ ਗਿਆ, ਅੰਦਰ ਚ ਮਾੜੀ ਮੋਟੀ ਮੈਲ ਆ ਵੀ ਗਈ ਹੈ, ਬਸ ਇਹ ਮੈਲ ਨਾਲ ਦੀ ਨਿਕਲਦੀ ਰਹੇ, ਮਨ ਸ਼ੁੱਧ ਹੋ ਜਾਏਗਾ। ਇਹ ਹੁਣ ਸੇਵਾ ਕਰਦਾ ਹੈ, ਇਹ ਬਾਣੀ ਪੜ੍ਹਦਾ ਹੈ, ਸਿਮਰਨ ਕਰਦਾ ਹੈ, ਜਿਵੇਂ ਜਿਵੇਂ ਕਰਦਾ ਇਹਦਾ ਅੰਦਰ ਨਿਰਮੈਲ ਮੈਲ ਤੋਂ ਰਹਿਤ ਹੁੰਦਾ ਜਾ ਰਿਹਾ, ਪਵਿੱਤਰ ਹੁੰਦਾ ਜਾ ਰਿਹਾ ਹੈ ਜੀ। ਕੇਤਕ ਕਾਲ ਰਹਿਓ ਜਬ ਪਾਸ ਸ਼੍ਰੀ ਅਰਜਨ ਕਰ ਕਿਰਪਾ ਪ੍ਰਕਾਸ਼। ਕੁਝ ਕੋ ਸਮਾਂ ਜਿਸ ਵੇਲੇ ਇਹ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਵਿੱਚ ਰਿਹਾ, ਸੇਵਾ ਇਹਨੇ ਬਹੁਤ ਕੀਤੀ, ਸਤਿਗੁਰੂ ਜੀ ਦੀਆਂ ਅਸੀਸਾਂ ਇਹਨੇ ਪ੍ਰਾਪਤ ਕਰੀਆਂ ਹਨ ਜੀ। ਸ਼੍ਰੀ ਅਰਜਨ ਕਰ ਕਿਰਪਾ ਪ੍ਰਕਾਸ਼। ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਇਸ ਉੱਤੇ, ਇਹ ਰਹਿਮਤਾਂ ਇਹਨੇ ਮਾਣੀਆਂ ਹਨ ਜੀ। ਇੱਕ ਦਿਨ ਸ਼ੁਭ ਉਪਦੇਸ਼ ਬਤਾਇਓ, ਸਤ ਨਾਮ ਸਿਮਰਨ ਲੈ ਬੁਲਾਇਓ। ਇੱਕ ਦਿਨ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ ਜੀ, ਇਹਨੂੰ ਨਾਮ ਦਾਨ ਬਖਸ਼ਿਆ, ਭਗਤੀ ਦਾ ਦਾਨ ਦਿੱਤਾ। ਮਹਾਰਾਜ ਕਹਿੰਦੇ ਸਤਨਾਮ ਵਾਹਿਗੁਰੂ ਦਾ ਬਸ ਹੁਣ ਜਾਪ ਕਰੀ ਜਾ। ਸਮਰੱਥ ਗੁਰੂ ਸਿਰ ਹੱਥ ਧਰਿਓ ਵਾਲੀ ਕਿਰਪਾ ਹੋ ਗਈ ਜੀ, ਨਾਮ ਦੇ ਵਿੱਚ ਇਹਦੀ ਲਿਵ ਲੱਗ ਗਈ ਹੈ ਜੀ। ਸਿੱਧਾਂ ਆਨ ਖਰੀ ਕਰ ਜੋਰ, ਭਇਓ ਸਿੱਧ ਸਤਿਗੁਰ ਕੇ ਜੋਰ। ਹੁਣ ਜਿਵੇਂ ਜਿਵੇਂ ਸੇਵਾ ਕੀਤੀ, ਜਿਵੇਂ ਜਿਵੇਂ ਜਪਣਾ ਸ਼ੁਰੂ ਕੀਤਾ ਤੇ ਪਿਆਰ ਇਹ ਜਿਹੜੇ ਰੇਦੀਆਂ ਸਿੱਧੀਆਂ ਨੇ, ਬਸ ਇਹ ਵੀ ਇਹਦੇ ਆਲੇ ਦੁਆਲੇ ਆਉਣ ਲੱਗ ਪਈਆਂ। ਕਿਉਂ? ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਨਵ ਨਿਧੀ
18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੈ ਸਦਾ ਵਸਾਏ। ਇਹ ਫਿਰ ਚੀਜ਼ਾਂ ਆਉਣ ਲੱਗ ਪੈਂਦੀਆਂ ਨੇ ਜੀ। ਜਿਹੜਾ ਬਹੁਤ ਜਪਦਾ, ਜਿਹੜਾ ਬਹੁਤ ਜਪਦਾ, ਜਪਿਆ ਇਹਨਾਂ, ਇਹ ਹਰਿਦੀਆਂ ਸਿੱਧੀਆਂ ਵੀ ਜਿਹੜੀਆਂ ਆਉਣ ਲੱਗ ਪਈਆਂ, ਇਹਨੂੰ ਹੁਣ ਕਾਮਯਾਬੀ ਮਿਲ ਲੱਗ ਪਈ ਰੂਹਾਨੀਅਤ ਵਾਲੇ ਪਾਸੇ, ਇਹਨੂੰ ਹੁਣ ਕਾਮਯਾਬੀ ਮਿਲਣ ਲੱਗ ਪਈ ਹੈ ਜੀ। ਸ਼੍ਰੀ ਅੰਮ੍ਰਿਤਸਰ ਕਾਰ ਕਰੰਤ ਭਇਓ ਵਿਸਾਲੈ ਸ਼ਕਤ ਤਰੰਤ। ਪਰ ਜੋ ਇਹਨੂੰ ਪ੍ਰਾਪਤੀ ਹੋ ਰਹੀ ਹੈ ਨਾ, ਇਹ ਸਤਿਗੁਰੂ ਦੀ ਕਿਰਪਾ ਨਾਲ ਹੋ ਰਹੀ ਹੈ। ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੀ ਮਿਹਰਮਤ ਕਰਕੇ ਹੋ ਰਹੀ ਹੈ, ਉਹਨਾਂ ਦੇ ਬਲ ਕਰਕੇ ਹੋ ਰਹੀ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਇਹ ਹੁਣ ਕਾਰ ਕਰ ਰਿਹਾ ਹੈ, ਸੇਵਾ ਕਰ ਰਿਹਾ ਹੈ। ਸੇਵਾ ਕਰਦਿਆਂ, ਸਿਮਰਨ ਕਰਦਿਆਂ ਬਸ ਇਹਦੇ ਅੰਦਰ ਰੂਹਾਨੀ ਤਾਕਤ ਆ ਗਈਆਂ ਜੀ। ਇਹਦੇ ਅੰਦਰ ਵੀ ਅਧਿਆਤਮਕ ਸ਼ਕਤੀਆਂ ਆ ਗਈਆਂ ਹਨ ਜੀ। ਹੁਣ ਸ਼੍ਰੀ ਗੁਰ ਨੇ ਰੁਖ ਸਦ ਕਰਿਓ ਮਾਨ ਹੁਕਮ ਪਦ ਪਰ ਸਿਰ ਧਰਿਓ। ਇੱਕ ਦਿਨ ਫਿਰ ਸਾਹਿਬ ਧੰਨ ਗੁਰ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ। ਕਹਿੰਦੇ ਗੰਗਾ ਰਾਮਾ, ਹੁਣ ਤੂੰ ਇਹਨਾਂ ਕੋ ਮਹਾਰਾਜ ਕਹਿੰਦੇ ਜਪ ਲਿਆ ਏ, ਸੇਵਾ ਕੀਤੀ ਏ, ਤੈਨੂੰ ਇੰਨੀ ਕੋ ਦਾਤ ਮਿਲ ਗਈ ਏ, ਤੇਰਾ ਆਪਣਾ ਤੇ ਭਲਾ ਹੋ ਹੀ ਚੁੱਕਿਆ ਏ। ਹੁਣ ਤੇਰੇ ਕੋਲ ਇੰਨੀ ਸਮਰੱਥ ਹੈ, ਤੂੰ ਕਈਆਂ ਹੋਰਨਾਂ ਦਾ ਵੀ ਭਲਾ ਕਰ ਸਕਣਾ ਹੈ। ਆਪ ਤੇ ਸੱਜਣਾ ਤਰਿਆ, ਹੁਣ ਕਈਆਂ ਹੋਰਨਾਂ ਨੂੰ ਵੀ ਤੂੰ ਤਾਰ ਸਕਦਾ ਏ। ਮੰਨੈ ਤਰੈ ਤਾਰੇ ਗੁਰ ਸਿੱਖ। ਜਿਵੇਂ ਸਾਹਿਬ ਨੇ ਕਿਹਾ ਕਿ ਮੰਨੈ ਪਾਵੇ ਮੋਖ ਦਵਾਰ, ਮੰਨੈ ਪਰਵਾਰੈ ਸੁਧਾਰ। ਆਪਣਾ ਤੇ ਤੂੰ ਬੜਾ ਕੀਤਾ, ਕਈਆਂ ਹੋਰਨਾਂ ਦਾ ਵੀ ਕਰ ਸਕਨੇ। ਮਹਾਰਾਜ ਕਹਿੰਦੇ ਹੁਣ ਜਾ, ਤੂੰ ਚਲਿਆ ਜਾ, ਆਪਣੇ ਇਲਾਕੇ ਜਾ, ਪਰਿਵਾਰ ਵਿੱਚ ਜਾ, ਉੱਥੇ ਜਾ ਕੇ ਨਾਮ ਜਪਦੇ ਰਹਿਣਾ ਇਸੇ ਤਰ੍ਹਾਂ। ਤੇ ਉਧਰ ਦੇ ਇਲਾਕੇ ਦੇ ਜੋ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਵੀ ਜਪਾਉਣਾ ਹੈ, ਜਾ ਕੇ ਉੱਥੇ ਸਿੱਖੀ ਦਾ ਪ੍ਰਚਾਰ ਕਰਨਾ ਹੈ। ਰੱਬ ਦੀ ਭਗਤੀ ਵਾਲੇ ਪਾਸੇ ਉਹਨਾਂ ਜੀਵਾਂ ਨੂੰ ਜਿਹੜੇ ਭੁੱਲੇ ਭਟਕੇ ਨੇ ਲਾਉਣਾ ਹੈ। ਇਹ ਹੁਣ ਤੁਸੀਂ ਜਾ ਕੇ ਸੇਵਾ ਨਿਭਾਓ। ਸਤਿਗੁਰੂ ਦਾ ਹੁਕਮ ਮੰਨਿਆ, ਗੁਰੂ ਚਰਨਾਂ ਵਿੱਚ ਇਹਨੇ ਮੱਥਾ ਟੇਕਿੰਦਾ ਮਹਾਰਾਜ ਜਿਵੇਂ ਆਪ ਜੀ ਦੀ ਆਗਿਆ ਹੈ ਜੀ। ਨਗਰ ਬਠਿੰਡੇ ਕੋ ਚੱਲ ਆਇਓ ਭਇਓ ਮਸਤ ਮਨ ਪਰਮ ਮਿਟਾਇਓ। ਧੰਨ ਗੁਰ ਅਰਜਨ ਦੇਵ ਮਹਾਰਾਜ ਜੀ ਦੀ ਆਗਿਆ ਲੈ ਕੇ ਪਿਆਰ ਇਹ ਫਿਰ ਆਪਣੇ ਨਗਰ ਬਠਿੰਡੇ ਪਹੁੰਚ ਜਾਂਦਾ ਜੀ, ਚਲਿਆ ਜਾਂਦਾ। ਹੁਣ ਉੱਥੇ ਬਿਲਕੁਲ ਇਹ ਨਾਮ ਦੇ ਵਿੱਚ ਮਸਤ ਰਹਿੰਦਾ ਜੀ। ਮਾਲਕ ਦੀ ਯਾਦ ਅੰਦਰ ਖੀਵਾ ਰਹਿੰਦਾ ਹੈ। ਮਨ ਦੇ ਸਾਰੇ ਜਿਹੜੇ ਭਰਮ ਨੇ ਉਹ ਮਿਟ ਚੁੱਕੇ ਹਨ ਜੀ। ਉਤਰਿਓ ਰੰਗ ਹੁਤੋ ਜਗ ਕਾਚੋ, ਸਤਨਾਮ ਰਾਚੋ ਰੰਗ ਸਾਚੋ। ਤੇ ਜਿਹੜਾ ਪਹਿਲਾ ਦੁਨੀਆਦਾਰੀ ਵਾਲਾ ਰੰਗ ਸੀ ਨਾ, ਉਹ ਰੰਗ ਉਤਰ ਗਿਆ, ਨਾਮ ਦਾ ਰੰਗ ਚੜ ਗਿਆ। ਪਿਆਰੇ ਹੁਣ ਨਾਮ ਦਾ ਮਜੀਠੜੇ ਦਾ ਰੰਗ, ਉਹ ਰੰਗ ਚੜ ਗਿਆ। ਤੇ ਜਿਹੜਾ ਦੁਨੀਆ ਦੀ ਦੌਲ ਦਾ ਮੋਹ ਮਾਇਆ ਦਾ ਰੰਗ ਸੀ ਨਾ, ਉਹ ਕਸੰਬੜੇ ਦਾ ਰੰਗ, ਉਹ ਸਾਰਾ ਉਤਰ ਗਿਆ, ਉਤਰ ਗਿਆ। ਐਸਾ ਰੰਗ ਚੜਿਆ ਨਾਮ ਦਾ। ਤੇ ਨਾਮ ਦਾ ਰੰਗ ਪਿਆਰਿਓ ਹੈ ਵੀ ਐਸਾ ਏ, ਗੁਰੂ ਦੇ ਪ੍ਰੇਮ ਦਾ ਰੰਗ ਹੈ ਵੀ ਐਸਾ ਏ। ਇੱਕ ਵਾਰੀ ਇਹ ਰੰਗ ਚੜ ਜਾਏ ਨਾ, ਇੰਨਾ ਪੱਕਾ ਰੰਗ ਇਹ ਜੀਠੜੇ ਦੇ ਰੰਗ ਵਰਗਾ ਪਿਆਰ ਇਨਸਾਨ ਦਾ ਸਿਰ ਤੇ ਉਤਰ ਜਾਂਦਾ, ਪਰ ਇਹ ਰੰਗ ਨਹੀਂ ਜੀ ਉਤਰਦਾ। ਸਿੱਖ ਦਾ ਬੰਦ ਕੱਟਿਆ ਜਾਂਦਾ, ਪਰ ਇਹ ਰੰਗ ਨਹੀਂ ਉਤਰਦਾ। ਉਹਨੂੰ ਦੇਗ ਵਿੱਚ ਉਬਾਲ ਦਿੱਤਾ ਜਾਂਦਾ, ਉਹਦੀ ਚਮੜੀ ਹੱਡੀਆਂ ਤੋਂ ਉਤਾਰ ਦਿੱਤੀ ਜਾਂਦੀ ਹੈ, ਪਰ ਅੰਦਰ ਪ੍ਰੇਮ ਵਾਲਾ ਰੰਗ ਨਹੀਂ ਉਤਰਦਾ। ਉਹਦਾ ਰੰਗ ਉਤਰਿਆ ਜੀ। ਅੱਜ ਪਿਆਰਿਓ ਭਾਈ ਸੁੱਖਾ ਜਿੰਦਾ ਕਿ ਉਹਨਾਂ ਦਾ ਰੰਗ ਉਤਰਿਆ ਜੀ। ਗੁਰੂ ਦੇ ਪ੍ਰੇਮ ਦਾ ਐਸਾ ਰੰਗ ਚੜਿਆ, ਐਸਾ ਰੰਗ ਚੜਿਆ ਜੀ, ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕੀਤੀ। ਜਿਸ ਪਿਆਰਿਓ ਜਰਨਲ ਨੇ ਹੁਕਮ ਦੇ ਕੇ ਫੌਜਾਂ ਚਾੜੀਆਂ, ਜਿਨੇ ਸਿੱਖ ਕੌਮ ਦੀ ਪਿਆਰਿਓ ਇਵੇਂ ਕਹਿ ਲਈਏ ਕਿ ਆਬਰੂ ਇੱਜ਼ਤ ਰੋਲਣ ਦਾ ਯਤਨ ਕੀਤਾ, ਇਹਨਾਂ ਯੋਧਿਆਂ ਨੇ ਫਿਰ ਜਾ ਕੇ ਉਹਦੇ ਕੋਲ ਬਦਲਾ ਲਿਆ ਜੀ। ਇਹਨਾਂ ਨੇ ਪਿਆਰੇ ਉਹ ਇਤਿਹਾਸ ਦੁਹਰਾਇਆ। ਬਾਬਾ ਗਰਜਾ ਸਿੰਘ ਤੇ ਬੋਤਾ ਸਿੰਘ ਵਾਲਾ, ਹਰੀ ਸਿੰਘ ਅਕਾਲੀ, ਫੂਲਾ ਸਿੰਘ ਵਾਲਾ, ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਵਾਲਾ, ਬਾਬਾ ਦੀਪ ਸਿੰਘ ਵਾਲਾ ਇਤਿਹਾਸ ਇਹਨਾਂ ਨੇ ਫਿਰ ਦੁਹਰਾਇਆ। ਪਿਆਰ ਚਲਿਆ ਗਾ ਬਦਲੀ ਕਰਾ ਕੇ, ਕਦੇ ਕਿਤੇ ਕਦੇ ਕਿਧਰੇ, ਪਰ ਗੁਰੂ ਕੇ ਸਿੱਖ ਮੌਤ ਬਣ ਕੇ ਉਹਦੇ ਫਿਰ ਪਿੱਛੇ ਪਿੱਛੇ ਚੱਲਦੇ ਰਹੇ। ਅਖੀਰ ਪੂਨੇ ਜਾ ਬਦਲਾ ਲਿਆ, ਉਹਨੂੰ ਢਾਇਆ। ਪਿਆਰੇ ਫਿਰ ਸੰਖੇਪ ਵਿੱਚ ਮੈਂ ਅਰਜ਼ ਕਰਾਂ, ਅੱਜ ਦੇ ਦਿਨ ਉਹਨਾਂ ਨੂੰ ਫਾਂਸੀ ਦਿੱਤੀ ਗਈ ਜੀ, ਜੋ ਉਹਨਾਂ ਨੇ ਮਹਾਨ ਕੁਰਬਾਨੀ ਕੀਤੀ। ਅੱਜ ਦੇ ਦਿਨ ਉਹਨਾਂ ਨੇ ਸ਼ਹਾਦਤ ਜਾਮ ਪੀਤਾ, ਰੰਗ ਨਹੀਂ ਉਤਰਿਆ ਜੀ ਉਹਨਾਂ ਦਾ। ਐਸਾ ਗੁਰੂ ਦੇ ਪ੍ਰੇਮ ਦਾ, ਐਸਾ ਸਿੱਖੀ ਦਾ ਰੰਗ ਚੜਿਆ ਜੀ ਉਹਨਾਂ ਨੂੰ,
रंग नहीं उतरिया। उत्थे जेल विच गए, कमाल दी बात उन्होंने कैदियां वाले कपड़े नहीं पहने। प्यारे जिस वेले अदालत में जाते ने उन्होंने देख ते जज भी खड़ा हो जाता है। प्यार ये गुरु की कृपा, इन्ना रंग चढ़िया। फिर आ जिन्हें शहादत दा जाम पीना सी प्यारे, उस वेले एक दिन पहला 8 अक्तूबर नूं प्यारे सवेरे 10 बजे तो लैकर रात 10 बजे तक परिवार दियां मुलाकातां चलदियां रहियां जी। दोनों दे नाल मुलाकातां होईयां, घर दे जी सारे मिले ने इन्हां नूं। ते प्यारे फिर उत्थे उन्होंने जड़ियां उन्हां दी जेल चिट्ठियां किताबें पढ़न वाली जी बड़ी कमाल दी। उहदे विच फिर उन्होंने लिखिया, वो कहंदे पुछया भी हुण जदों रात दे 10 बजे ना 10 बज गए, मुलाकातां दा समां समाप्त होया, ते पुछया भी हुण तुसां की करना, कैसा रंग चढ़िया जी उन्हां नूं। कहन लगे 10 बजे तो लैके 12 बजे तक असीं आराम करांगे, 12 बजे उठांगे, फिर इशनान करांगे, 12 बजे तो लैके 3 बजे तक फिर असीं बाणी दा जाप करांगे, सिमरन करांगे। ऐसा रंग चढ़िया जी उन्होंने, ये गुरु दे प्रेम दा नाम दा। 12 तो 3 बजे तक असीं बाणी पढ़ांगे, सिमरन करांगे, फिर 3 बजे कहंदे असीं बैरक दे विच अपने च दही जमा के रखिया, असीं दही भी खावांगे। पुछया जी क्यों? कहन लगे इस करके कि जदों किसी दी बरात चढ़दी है, बरात चढ़न वाले दिन प्यारे घर वाले लाड़े दा दूल्हे दा दही ते खिचड़ी खवा के ओदा मुंह झूठा करदे ने, असीं लाड़ी मौत नूं विआउण जाना दही खा के जावांगे। वो कहंदे दही खावांगे, एक एक असीं सेब खावांगे। फिर कहंदे ने सोहले दी बाणी दा पाठ असीं आप करांगे, अंतम अरदास भी अपनी असीं आप सोधांगे। फिर कहंदे आ जाणगे सिपाही, उन्हां दे नाल असीं तुर पवांगे। कैसा सी रंग चढ़िया जी। इस तरह होया जी प्यारे 9 अक्तूबर 1992 नूं सवेरे सिर 4 बजे अमृत वेले इन्हां दोनां नूं पुणे दी जेल विच फांसी दे रस्से इन्हां दे गले पाए गए। प्यारे ऐन जिस वेले तुरे ने कैसा रंग चढ़िया इन्हां दा। हालांकि इन्हां दियां कुछ डिमांडां सन, मन्नियां नहीं सरकार ने। ये कहंदे सन कि जिहड़े असीं रस्से ने असीं अपने गले आ पाउणे ने। इन्हां ये भी कहा इस जेल च लड्डू वंडणे ने, पर वो इन्हां दियां डिमांडां कुछ मन्नियां नहीं गईयां। पर जिस वेले तैयार होके गए उस वेले प्यारे इन्हां दे सफेद रंग दे चोले, केसरी दस्तारा, केसरी कमर कसे, ऐसे राम दे रंग च रंगे, गुरु दे प्रेम दे ऐसे रंग विच रंगे। फिर जांदियां जयकारे गजाए, नारे लगाए, बाहरों आवाजां भी आईयां, जवाब आया। 4 बजे 9 अक्तूबर अमृत वेले प्यार इन्हां गुरु के सिखा ने शहादत दा जाम पीता। 6:20 ते नेड़े पर मूरा दरिया सी, फिर उहदे किनारे तैयारी की गई। हालांकि सरकार ने बहुत कुछ छुपा के रखिया, दसिया ही नहीं गया कि संस्कार करना कित्थे है। 3-4 थावां चुनियां पर गुप्त रखियां गईयां। अखीर एकदम परिवारां नूं गड्डियां च बिठाया, इत्थे लैके गए। चिखा तैयार सी, प्यारे परिवार ने इशनान करवाया, चिखा चिणियां गईयां, इन्हां दियां पवित्र देहां चिखा ते रखियां गईयां। उत्थे आखिरी दर्शन कीते गए। अरदासी सिंघां ने अरदासा सोधिया जी प्यारिओ, ये गुरु के लाल कैसे प्रेम च रंगे, कैसे नाम च रंगे। ये रंग है मजीठड़े दा रंग। जदों गुरु दे प्रेम दा, सिक्खी दा, नाम दा रंग चढ़ जाए फिर प्यारे सिर उतर जाते, पर रंग नहीं उतरदा, रंग नहीं उतरदा। नहीं उतरिया, ना सुखे दा उतरे, ना भाई जिंदे दा उतरिया जी। ऐसा रंग चढ़िया। हुण ये गंगा राम चलिया गया बठिंडे, प्यारे ऐसा रंग चढ़िया नाम दा। हुण दुनिया दे फिके कसुंबड़े दे रंग वो सारे उतर गए, वो उतर गए। जिवें रविदास जी कहंदे ने ना कि मेरे रमैया रंग मजीठ का, बस वो मजीठड़े दे रंग विच रंगिया गया है जी। लाल रंग तिसको लगा जिसके वड भागा, मैला कदे ना होवै नह लागै दागा। मरण मुनसा सूर्या हक है, जो होए मरह परवाणो
ਸੂਰੇ ਸੇ ਆਗੇ ਆਖੀਐ ਦਰਗਹਿ ਪਾਵੈ ਸਾਚੀ ਮਾਣੂ ਉਤਰਿਓ ਰੰਗ ਹੁਤੋ ਜਾ ਕਾਚੋ ਸਤਨਾਮ ਰਾਚੋ ਰੰਗ ਸਾਚੋ ਜਿਹੜਾ ਫਿਰ ਦੁਨੀਆ ਦਾ ਮੋਹ ਮਾਇਆ ਦਾ ਕੱਚਾ ਰੰਗ ਸੀ ਨਾ ਪਿਆਰ ਉਹ ਰੰਗ ਇਹਦਾ ਉਤਰ ਗਿਆ ਬਸ ਨਾਮ ਦੇ ਮਜੀਠੜੇ ਦੇ ਰੰਗ ਵਿੱਚ ਰੰਗਿਆ ਗਿਆ ਉਹ ਰੰਗ ਜਿਹਦੇ ਲਈ ਮੇਰੇ ਬਾਬਾ ਨਾਨਕ ਜੀ ਕਹਿੰਦੇ ਨੇ ਕਾਇਆ ਅਰੰਗਣ ਜੇ ਥੀਆ ਪਿਆਰੇ ਪਾਈਐ ਨਾਉ ਮਜੀਠ ਅਰੰਗਣ ਵਾਲਾ ਜੀ ਅਰੰਗੈ ਸਾਹਿਬ ਐਸਾ ਰੰਗ ਨਾ ਡੀਠ ਇਹੋ ਜਿਹਾ ਰੰਗ ਹੋਰ ਕੋਈ ਰੰਗ ਨਹੀਂ ਉਹ ਰੰਗ ਉਤਰ ਗਿਆ ਜਿਸ ਰੰਗ ਦੇ ਲਈ ਬਾਬਾ ਫਰੀਦ ਸਾਹਿਬ ਨੇ ਸਾਵਧਾਨ ਕੀਤਾ ਸੀ ਕਿ ਬੇੜਾ ਬੰਧ ਨ ਸਕਿਓ ਬੰਧਨ ਕੀ ਵੇਲਾ ਪਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ ਹੱਥ ਨ ਲਾਈ ਕੁਸੰਬੜੈ ਜਲ ਜਾਸੀ ਟੋਲਾ ਉਹ ਰੰਗ ਉਤਰ ਗਿਆ ਨਾਮ ਦਾ ਰੰਗ ਗੁਰੂ ਦੇ ਪ੍ਰੇਮ ਦਾ ਰੰਗ ਹੁਣ ਚੜ ਗਿਆ ਹੈ ਜੀ ਢੇਰ ਲੋਕ ਮਨ ਬਿਸਮਤ ਹੋਏ ਕਰਤ ਆਦਾਬ ਅਦਕ ਸਭ ਕੋਏ ਹੁਣ ਇਹਦੀ ਅਵਸਥਾ ਦੇਖ ਕੇ ਇਹਦਾ ਜੀਵਨ ਦੇਖ ਕੇ ਇਹਦੇ ਜਪੇ ਹੋਏ ਨਾਮ ਦਾ ਪ੍ਰਤਾਪ ਦੇਖ ਕੇ ਸਾਰੇ ਜਿਹੜੇ ਲੋਕ ਨੇ ਹੈਰਾਨ ਰਹਿ ਗਏ ਜੀ ਹੈਰਾਨ ਰਹਿ ਗਏ ਹੁਣ ਹਰ ਕੋਈ ਇਹਦਾ ਅਦਬ ਕਰਦਾ ਹੈ ਇਹਦਾ ਸਤਿਕਾਰ ਕਰਦਾ ਹੈ ਕਿਉਂਕਿ ਪਿਆਰਿਓ ਜਿਹੜਾ ਜਪਣ ਵਾਲਾ ਬੰਦਗੀ ਕਰਨ ਵਾਲਾ ਹੈ ਨਾ ਮਾਲਕ ਦੀ ਐਸੀ ਮਿਹਰ ਹੁੰਦੀ ਏ ਸਤਿਗੁਰ ਨੇ ਬਾਣੀ 'ਚ ਕਿਰਪਾ ਕੀਤੀ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਏ ਜਿਉ ਧਰਤੀ ਚਰਨ ਤਲੇ ਤੇ ਉਪਰ ਆਵੇ ਤਿਉ ਨਾਨਕ ਸਾਧ ਜਣਾ ਜਗਤ ਆਣ ਸਭ ਪਿਆਰੀ ਪਾਏ ਜਪਣ ਵਾਲਿਆਂ ਦੀ ਪਿਆਰ ਜਿਹੜਾ ਨਾ ਇੱਜ਼ਤ ਸਤਿਕਾਰ ਸ਼ੋਭਾ ਆਪਣੇ ਆਪ ਹੀ ਮਾਲਕ ਦੀ ਕਿਰਪਾ ਨਾਲ ਹੋਣ ਲੱਗ ਪੈਂਦੀ ਹੈ ਹੁਣ ਇਹਦੇ ਇਲਾਕੇ ਦੇ ਲੋਕ ਇਹਦਾ ਬਹੁਤ ਅਦਬ ਸਤਿਕਾਰ ਕਰਨ ਲੱਗ ਪਏ ਹਨ ਜੀ ਵਹਿਰ ਨਗਰ ਤੇ ਬੈਠੋ ਰਹੈ ਫੁਰਹਿ ਬਚਨ ਜੈਸੋ ਕਿਸ ਕਹੈ ਆਪਣੇ ਘਰ ਬਹੁਤ ਘਟ ਜਾਂਦਾ ਹੈ ਪਰਿਵਾਰ ਅੰਦਰ ਸਮਾਂ ਬਹੁਤ ਘਟ ਦਿੰਦਾ ਹੈ ਬਾਹਰ ਨਗਰ ਤੋਂ ਬਾਹਰ ਇਕਾਂਤ ਵਿੱਚ ਜਾ ਕੇ ਫਿਰ ਬੈਠਾ ਰਹਿੰਦਾ ਕਈ ਪਹਿਰ ਬੈਠਾ ਰਹਿੰਦਾ ਮਾਲਕ ਦੀ ਯਾਦ ਅੰਦਰ ਜੁੜਿਆ ਰਹਿੰਦਾ ਏ ਇੰਨੀ ਕੁ ਫਿਰ ਪਿਆਰਿਓ ਇਹਦੀ ਕਮਾਈ ਹੋ ਗਈ ਕਿ ਆਪਣੀ ਰਸਨਾ ਤੋਂ ਜੋ ਕਹਿ ਦਿੰਦਾ ਏ ਨਾ ਇਹਦਾ ਕਹਿਆ ਸੱਤ ਹੋਣ ਲੱਗ ਪਿਆ ਇਹਨੂੰ ਕਹਿੰਦੇ ਨੇ ਸ਼ਬਦ ਸਿੱਧੀ ਵੀ ਕਹਿੰਦੇ ਨੇ ਬਚਨ ਸਿੱਧੀ ਵੀ ਕਹਿੰਦੇ ਨੇ ਕਿ ਇਹ ਜਪ ਕੇ ਪਿਆਰ ਇੰਨੀ ਕੁ ਸ਼ਕਤੀ ਅੰਦਰ ਆ ਗਈ ਕਿ ਸਹਿ ਸੁਭਾਏ ਆਪਣੀ ਰਸਨਾ ਤੋਂ ਜੋ ਬੋਲ ਦਿੰਦਾ ਏ ਨਾ ਇਹਦਾ ਬੋਲਿਆ ਸਤ ਹੋ ਜਾਂਦਾ ਹੈ ਜੀ ਪ੍ਰੋਹਤ ਧਰਮ ਛੋੜ ਲਿਖ ਦੀਨੋ ਅਪਰ ਬਿਪਰ ਕੋ ਤਿਸ ਮੈਂ ਕੀਨੋ ਤੇ ਫਿਰ ਇਹਨੇ ਇਹ ਵੀ ਲਿਖ ਕੇ ਦੇ ਦਿੱਤਾ ਕਹਿੰਦਾ ਐ ਮੇਰੇ ਨਗਰ ਵਾਲਿਓ ਹੁਣ ਮੈਂ ਤੁਹਾਡਾ ਪ੍ਰੋਤ ਨਹੀਂ ਰਿਹਾ ਹੁਣ ਮੈਂ ਗੁਰੂ ਅਰਜਨ ਦੇਵ ਸਾਹਿਬ ਦਾ ਸਿੱਖ ਬਣ ਗਿਆ ਮੈਂ ਪ੍ਰੋਤ ਪੁਣਾ ਛੱਡ ਦਿੱਤਾ ਏ ਉਹ ਜਿਹੜਾ ਪ੍ਰੋਤ ਪੁਣਾ ਸੀ ਨਾ ਉਹ ਫਿਰ ਕਿਸੇ ਹੋਰ ਨੂੰ ਲਿਖ ਕੇ ਦੇ ਦਿੱਤਾ ਜੀ ਉਹ ਆਪਣੀ ਜਗ੍ਹਾ ਕਿਸੇ ਹੋਰ ਨੂੰ ਇਹਨੇ ਦੇ ਦਿੱਤੀ ਕਹਿੰਦਾ ਮੈਂ ਪ੍ਰੋਤ ਨਹੀਂ ਮੈਂ ਗੁਰੂ ਨਾਨਕ ਦਾ ਗੁਰੂ ਅਰਜਨ ਦੇਵ ਸਾਹਿਬ ਦਾ ਸਿੱਖ ਬਣ ਗਿਆ ਹਾਂ ਜੀ ਨਿਜ ਪੁੱਤਰਨ ਤੇ ਦਇਓ ਛੁਟਾਈ ਕੇਵਲ ਸਤਨਾਮ ਲੈ ਬੁਲਾਈ ਇਥੋਂ ਤੱਕ ਆਪਣੇ ਪੁੱਤਰਾਂ ਦੇ ਕੋਲ ਵੀ ਆਖਿਆ ਵੀ ਤੁਸਾਂ ਨੇ ਵੀ ਹੁਣ ਇਹ ਪ੍ਰੋਤ ਪੁਣਾ ਨਹੀਂ ਕਰਨਾ ਪਰਿਵਾਰ ਨੂੰ ਵੀ ਹੁਣ ਆਪਣੇ ਰੰਗ ਵਿੱਚ ਇਹਨੇ ਰੰਗ ਲਿਆ ਏ ਕੇਵਲ ਸਤਨਾਮ ਲੈ ਬੁਲਾਈ ਆਪ ਵੀ ਸਤਨਾਮ ਵਾਹਿਗੁਰੂ ਜਪਦਾ ਤੇ ਪਰਿਵਾਰ ਨੂੰ ਵੀ ਜਪਣ ਲਗਾ ਦਿੱਤਾ ਹੈ ਜੀ ਕਹਾਂ ਰਹਿਤ ਖੱਤਰੀ ਯੁਗ ਭਰਾਤਾ ਤਨੀ ਅਦਕ ਜਗ ਮਹਿ ਬਖਿਆਤ ਸਾਹਿਬ ਧੰਨ ਗੁਰ ਅਰਜਨ ਦੇਵ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਪ ਕੇ ਸੇਵਾ ਕਰਕੇ ਹੁਣ ਇਹਦੇ ਕੋਲ ਕਿੰਨੀਆਂ ਕੋ ਰੂਹਾਨੀ ਤਾਕਤਾਂ ਕਿੰਨੀਆਂ ਕੋ ਬਰਕਤਾਂ ਆ ਗਈਆਂ ਨੇ ਕਵੀ ਜੀ ਜ਼ਿਕਰ ਕਰਦੇ ਨੇ ਕਹਿੰਦੇ ਨੇ ਇਸੇ ਨਗਰ ਦੇ ਵਿੱਚ ਦੋ ਭਰਾ ਰਹਿੰਦੇ ਸਨ ਖੱਤਰੀ ਤਹਾਂ ਰਹਿਤ ਖੱਤਰੀ ਜੁਗ ਦੇ ਅਰਥ ਹੁੰਦੇ ਨੇ ਕਿ ਦੋ ਭਰਾਤਾ ਦੋ ਭਰਾ ਇੱਥੇ ਰਹਿੰਦੇ ਨੇ ਤੇ ਜਿਹੜੇ ਬੜੇ ਧਨੀ ਨੇ ਬਹੁਤ ਅਮੀਰ ਨੇ ਧਨ ਦੌਲਤ ਦੀ ਉਹਨਾਂ ਨੂੰ ਕੋਈ ਕਮੀ ਨਹੀਂ ਹੈ ਤੇ ਇਲਾਕੇ ਵਿੱਚ ਉਹਨਾਂ ਦਾ ਚੰਗਾ ਰੁਤਬਾ ਮਾਨ ਸਨਮਾਨ ਵੀ ਹੈ ਜੀ ਜੇਸ਼ਟ ਵਿਧੀ ਚੰਦ ਹੈ ਨਾਮੂ ਸਿੱਧੀ ਚੰਦ ਛੋਟੇ ਤੇ ਧਾਮੂ ਜਿਹੜਾ ਇਹ ਵੱਡਾ ਭਰਾ ਹੈ ਉਹਦਾ ਨਾਮ ਵਿਧੀ ਚੰਦ ਹੈ ਤੇ ਜਿਹੜਾ ਛੋਟਾ ਹੈ ਉਹਦਾ ਨਾਮ ਭਾਈ ਸਿੱਧੀ ਚੰਦ ਹੈ ਜੀ ਲਾਗਨੇ ਸੇਵਾ ਤਿਸ ਕੀ ਠਾਨੀ ਖਾਨ ਪਾਨ ਦੇ ਆਏ ਸਮਾਨੀ ਹੁਣ ਜਿਹੜਾ ਨਿੱਕਾ ਭਰਾ ਹੈ ਸਿੱਧੀ ਚੰਦ ਉਹ ਇਹਦੀ ਸੇਵਾ ਕਰਨ ਲੱਗ ਪਿਆ ਗੰਗਾ ਰਾਮ ਜੀ
ਇਹਦੀ ਹੁਣ ਸੇਵਾ ਕਰਨ ਲੱਗ ਪਿਆ। ਇਹਨੂੰ ਪਿਆਰ ਪ੍ਰਸ਼ਾਦਾ ਪਾਣੀ ਛਕਾਉਂਦਾ ਹੈ, ਇਹਨੂੰ ਜਲ ਦਿੰਦਾ ਹੈ, ਇਹਦੀ ਆਗਿਆ ਮੰਨਦਾ ਹੈ ਜੀ। ਕਰ ਜੋ ਰਹਿ ਬੈਠੈ ਨਿਤ ਪਾਸ, ਜਬ ਕੁਛ ਬਚਨ ਸੋ ਕਰਹਿ ਪ੍ਰਕਾਸ਼। ਸਿੱਧੀ ਚੰਦ ਹੁਣ ਇਹਦੀ ਸੰਗਤ ਕਰਦਾ ਹੈ, ਇਹਦੀ ਸੇਵਾ ਦੇ ਵਿੱਚ ਹੀ ਹਾਜ਼ਰ ਰਹਿੰਦਾ ਹੈ, ਇਹਦੇ ਕੋਲ ਬੈਠਾ ਰਹਿੰਦਾ ਤੇ ਜਦੋਂ ਗੰਗਾ ਰਾਮ ਉਹਨੂੰ ਆਗਿਆ ਕਰਦੇ ਨੇ ਵੀ ਆਹ ਕਰ ਉਹ ਕਰ, ਉਸੇ ਵੇਲੇ ਉਹ ਕਰਦਾ ਹੈ ਜੀ। ਪਾਤ ਕਾਲ ਮਾਨਹਿ ਤਿਮ ਕਰੈ, ਬਿਨ ਆਲਸ ਸੇਵਾ ਤਤ ਪਰੈ। ਬੜੀ ਉਤਸ਼ਾਹ ਦੇ ਨਾਲ, ਬੜੇ ਉਦਮ ਨਾਲ ਸੇਵਾ ਕਰ ਰਿਹਾ ਗੰਗਾ ਰਾਮ ਦੀ ਸਿੱਧੀ ਚੰਦ। ਕੋਈ ਆਲਸ ਨਹੀਂ, ਕੋਈ ਢਿੱਲਪੁਣਾ ਨਹੀਂ ਹੈ। ਜੋ ਉਹ ਬਚਨ ਕਹਿੰਦਾ ਹੈ ਨਾ, ਇਹ ਉਸੇ ਵੇਲੇ ਮੰਨਦਾ ਹੈ। ਜੇ ਗੰਗਾ ਰਾਮ ਕਹਿੰਦਾ ਹੈ ਕਿ ਸਿੱਧੀ ਚੰਦ ਆ ਲੈ ਕੇ ਆ, ਜੀ ਮੈਂ ਹੁਣੇ ਲੈ ਕੇ ਆਇਆ, ਆ ਸੇਵਾ ਕਰ ਮੈਂ ਹੁਣੇ ਕਰਨਾ ਜੀ। ਇਨਕਾਰ ਨਹੀਂ, ਦੇਰ ਨਹੀਂ, ਟਾਲ ਮਟੋਲ ਨਹੀਂ, ਆਲਸ ਨੂੰ ਤਿਆਗ ਕੇ ਬੜੀ ਭਾਵਨਾ ਦੇ ਨਾਲ ਉਹ ਇਹਦੀ ਸੇਵਾ ਕਰ ਰਿਹਾ ਹੈ ਜੀ। ਬਸਤਰ ਰੁਚਿਰ ਅਰਪਹਿ ਢਿਗ ਲਿਆਏ, ਸਵਾਦਲ ਭੋਜਨ ਦੇ ਤ੍ਰਿਪਤਾਏ। ਕਦੇ ਉਹ ਆਪਣੇ ਘਰੋਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਉਹ ਗੰਗਾ ਰਾਮ ਵਾਸਤੇ ਲੈ ਕੇ ਆਉਂਦਾ ਹੈ। ਜਦੋਂ ਵੇਖਦਾ ਵੀ ਗੰਗਾ ਰਾਮ ਜੀ ਇਹ ਬਹੁਤ ਚਿਰ ਹੋ ਗਏ ਨੇ ਇਹੀ ਬਸਤਰ ਪਹਿਨਿਆ ਹੋਇਆ, ਫਿਰ ਹੋਰ ਇਹ ਨਵੇਂ ਬਸਤਰ ਤਿਆਰ ਕਰਵਾ ਕੇ ਇਹਦੇ ਵਾਸਤੇ ਲੈ ਕੇ ਆਉਂਦਾ ਹੈ ਜੀ। ਨਿਜ ਕਰਤੇ ਸੁੰਦਰ ਜਲ ਅੰਨ ਹੈ, ਕਰਨ ਪ੍ਰਸੰਨ ਕਰਾਵਤ ਪੰਨ ਹੈ। ਸੁੰਦਰ ਜਲ ਲਿਆ ਕੇ ਇਹਨਾਂ ਦਾ ਇਸ਼ਨਾਨ ਵੀ ਕਰਾਉਂਦਾ ਹੈ, ਇਹਨਾਂ ਦਾ ਪਾਨ ਵੀ ਕਰਵਾਉਂਦਾ ਹੈ। ਕਹਿਣ ਤੋਂ ਮੁਰਾਦ ਹਰ ਤਰ੍ਹਾਂ ਦੀ ਸੇਵਾ ਇਹ ਨਿਭਾ ਰਿਹਾ ਹੈ ਜੀ। ਸਿੱਧੀ ਚੰਦ ਸੇਵਾ ਇਮ ਕਰੈ, ਔਰ ਸ਼ਰਧਾ ਨਿਸਬਾ ਸੁਰ ਤਰੈ। ਦਿਨ ਰਾਤ ਸ਼ਰਧਾ ਦੇ ਨਾਲ, ਹਿਰਦੇ ਦੀ ਭਾਵਨਾ ਦੇ ਨਾਲ ਸਿੱਧੀ ਚੰਦ ਇਹਦੀ ਸੇਵਾ ਕਰ ਰਿਹਾ ਜੀ। ਕੋਈ ਦਿਖਾਵੇ ਮਾਤਰ ਨਹੀਂ। ਇਹਨੂੰ ਬੰਦਗੀ ਵਾਲਾ ਦਰਵੇਸ਼ ਜਾਣ ਕੇ, ਪਰਮੇਸ਼ਵਰ ਦਾ ਭਗਤ ਜਾਣ ਕੇ ਇਹਦੀ ਸੇਵਾ ਦੇ ਵਿੱਚ ਉਹ ਲੱਗਿਆ ਹੋਇਆ ਹੈ ਜੀ। ਬੀਤ ਗਇਓ ਜਬ ਕੇਤਕ ਕਾਲ, ਸਭ ਤਜ ਕਾਲੀ ਕਾਲ ਵਿਸਾਲ। ਇਸੇ ਤਰ੍ਹਾਂ ਸੇਵਾ ਕਰਦਿਆਂ ਕਰਦਿਆਂ ਪਿਆਰਿਓ ਦਿਨ ਲੰਘੇ, ਹਫ਼ਤੇ ਲੰਘੇ, ਮਹੀਨੇ ਲੰਘੇ, ਪਿਆਰਿਓ ਕੋ ਸਾਲ ਵੀ ਲੰਘ ਗਏ। ਸਿੱਧੀ ਚੰਦ ਨੇ ਇੰਨੀ ਸੇਵਾ ਕੀਤੀ, ਆਪਣੇ ਘਰ ਦੇ ਕੰਮ ਕਾਜ ਉਹ ਵੀ ਉਹਨੇ ਤਿਆਗ ਦੇਣੇ, ਛੱਡ ਦੇਣੇ। ਬਸ ਕਹਿਣਾ ਸੇਵਾ ਪਹਿਲਾਂ ਵਹ ਗੰਗਾ ਰਾਮ ਦੀ, ਬਾਕੀ ਕੰਮ ਬਾਅਦ ਵਿੱਚ ਨੇ। ਇਹਨੇ ਜਿਸ ਵੇਲੇ ਬਹੁਤ ਕਾਲ ਕਾਲੀ ਸੇਵਾ ਕਰੀ ਹੈ ਜੀ। ਪਹਿ ਕਰ ਦਿਜਬਰ ਗੰਗਾ ਰਾਮ, ਪਇਓ ਪ੍ਰਸੰਨ ਕਿਰਪਾ ਅਬਿਰਹਾਮ। ਗੰਗਾ ਰਾਮ ਪਿਆਰਿਓ ਉਹਦੀ ਸੇਵਾ ਦੇਖ ਕੇ ਬੜਾ ਪ੍ਰਸੰਨ ਹੋਇਆ, ਬਹੁਤ ਖੁਸ਼ ਹੋਇਆ ਜੀ। ਪਇਓ ਪ੍ਰਸੰਨ ਕਿਰਪਾ ਅਬਰਾਮ। ਸਤਿਗੁਰੂ ਜੀ ਦੀ ਕਿਰਪਾ ਦੇ ਸਦਕਾ ਇਹਦੇ ਕੋਲ ਵੀ ਹੁਣ ਰੂਹਾਨੀ ਤਾਕਤਾਂ ਨੇ, ਬਰਕਤਾਂ ਨੇ। ਇਹ ਫਿਰ ਸਿੱਧੀ ਚੰਦ ਦੀ ਸੇਵਾ ਤੇ ਬੜਾ ਖੁਸ਼ ਹੋਇਆ ਹੈ ਜੀ। ਸਿੱਧੀ ਚੰਦ ਤੂੰ ਸੇਵਾ ਕਰੈ, ਕੌਣ ਮਨੋਰਥ ਮਨ ਮੈਂ ਧਰੈ। ਇੱਕ ਦਿਨ ਫਿਰ ਗੰਗਾ ਰਾਮ ਕਹਿੰਦਾ ਸਿੱਧੀ ਚੰਦਾ ਗੱਲ ਏਦਾਂ ਵੀ ਇੰਨਾ ਸਮਾਂ ਹੋ ਗਿਆ ਤੈਨੂੰ ਸੇਵਾ ਕਰਦਿਆਂ ਨੂੰ, ਤੇ ਨਾ ਤੂੰ ਕੋਈ ਆਪਣਾ ਮਨੋਰਥ ਦੱਸਿਆ ਹੀ ਏ, ਤੇ ਨਾ ਮੈਂ ਤੈਨੂੰ ਪੁੱਛਿਆ ਹੀ ਏ ਤੂੰ ਸੇਵਾ ਕਰ ਕਿਉਂ ਰਿਹਾ ਏ। ਨਾ ਤੂੰ ਮੇਰਾ ਕੋਈ ਰਿਸ਼ਤੇਦਾਰ ਏ, ਨਾ ਤੇਰੇ ਨਾਲ ਮੇਰੀ ਕੋਈ ਸਾਂਝ ਏ, ਨਾ ਤੂੰ ਮੇਰੇ ਪਰਿਵਾਰ ਦਾ ਕੋਈ ਮੈਂਬਰ ਏ। ਤੇਰਾ ਮੈਂ ਪੁੱਛਿਆ ਵੀ ਨਹੀਂ ਕਿ ਤੇਰਾ ਸਵਾਰਥ ਕੀ ਹੈ, ਕਿਉਂਕਿ ਬਿਨਾਂ ਸਵਾਰਥ ਤੋਂ ਤੇ ਕੋਈ ਕੁਛ ਨਹੀਂ ਕਰਦਾ। ਮਨੋਰਥ ਕੀ ਹੈ ਤੇਰਾ ਮੈਂ ਪੁੱਛਿਆ ਵੀ ਨਹੀਂ, ਪਰ ਅੱਜ ਮੈਂ ਤੈਨੂੰ ਪੁੱਛਣਾ ਵਾ ਕਿ ਤੂੰ ਸੇਵਾ ਬਹੁਤ ਕੀਤੀ ਹੈ, ਦੱਸ ਤੇਰੇ ਮਨ ਦੀ ਭਾਵਨਾ ਕੀ ਹੈ, ਤੇਰਾ ਮਨੋਰਥ ਕੀ ਹੈ, ਤੇਰੇ ਅੰਦਰ ਦੀ ਮੰਗ ਕੀ ਹੈ ਜੀ। ਸੋ ਅਬ ਹਮਰੇ ਤੀਰ ਕਹੀਜੈ, ਬਾਂਸ਼ਤ ਹੋਏ ਨਿਹ ਸੰਸੈ ਲੀਜੈ। ਤੇ ਨਾਲ ਇਹ ਵੀ ਗੱਲ ਕਹੀ ਕਿ ਨਿਝੱਕ ਹੋ ਕੇ ਜੋ ਤੇਰੀ ਲੋੜ ਹੈ, ਜੋ ਤੇਰੀ ਠੋੜ ਹੈ ਨਾ, ਬਸ ਉਹ ਸਿੱਧੀ ਚੰਦਾ ਤੂੰ ਕਹਿ ਦੇ। ਜੋ ਤੇਰੀ ਭਾਵਨਾ ਤੂੰ ਦੱਸ ਦੇ, ਗੁਰ ਅਰਜੁਨ ਦੇਵ ਕਿਰਪਾ ਕਰਨਗੇ। ਤੂੰ ਨਿਝੱਕ ਹੋ ਕੇ ਮੰਗ ਲੈ, ਤੈਨੂੰ ਗੁਰੂ ਨਾਨਕ ਦੇ ਘਰੋਂ ਮਿਲ ਜਾਏਗਾ, ਮਾਲਕ ਮਿਹਰ ਕਰੇਗਾ। ਮੈਂ ਬੇਨਤੀ ਕਰਨੀ, ਅਰਦਾਸ ਕਰਨੀ, ਕਿਰਪਾ ਗੁਰੂ ਅਰਜਨ ਦੇਵ ਦੀ ਵਰਤਣੀ ਹੈ। ਕਹਿਣ ਲੱਗੇ ਵੀ ਜੋ ਤੇਰਾ ਮਨੋਰਥ ਹੈ ਉਹ ਦੱਸ, ਤੈਨੂੰ ਕੀ ਚਾਹੀਦਾ ਹੈ ਜੀ। ਸ਼ਰਧਾ ਸੇਵ ਹੀਰ ਕਰ ਤੋਹੀ, ਅਨਕੰਪਾ ਉਪਜਤ ਹੈ ਮੋਹੀ। ਤੇਰੀ ਇਹ ਸ਼ਰਧਾ ਨਾਲ ਕੀਤੀ ਹੋਈ ਸੇਵਾ ਦੇਖ ਕੇ
ਬਸ ਮੇਰੇ ਮਨ ਵਿੱਚ ਨਾ ਤੇਰੇ ਲਈ ਬਹੁਤ ਪ੍ਰੇਮ ਪੈਦਾ ਹੋ ਰਿਹਾ ਹੈ, ਦਇਆ ਪੈਦਾ ਹੋ ਰਹੀ ਹੈ, ਕਰੁਣਾ ਤਰਸ ਪੈਦਾ ਹੋ ਰਿਹਾ ਹੈ। ਦੱਸ ਤੈਨੂੰ ਕੀ ਚਾਹੀਦਾ ਹੈ ਜੀ। ਹਿਮ ਸੁਣ ਸਿਧੀ ਚੰਦ ਦਿਜ ਬੈਨ, ਪਇਓ ਆਨੰਦ ਪਰਫੁੱਲਤ ਨੈਣ। ਜਿਸ ਵੇਲੇ ਗੰਗਾ ਰਾਮ ਜੀ ਨੇ ਪੁੱਛਿਆ ਏ ਤੇ ਸਿਧੀ ਚੰਦ ਨੇ ਬਚਨ ਸੁਣੇ, ਬਹੁਤ ਪ੍ਰਸੰਨ ਹੋਇਆ। ਪਿਆਰ ਇਹਦੇ ਨੇਤਰਾਂ ਵਿੱਚ ਜਿਹੜੀ ਖੁਸ਼ੀ ਹੈ ਉਹ ਡਲਕ ਡਲਕ ਕੇ ਪੈਂਦੀ ਹੈ ਕਿ ਸ਼ਾਇਦ ਮੇਰੀ ਭਾਵਨਾ ਪੂਰੀ ਹੋ ਜਾਏਗੀ, ਮੇਰਾ ਮਨੋਰਥ ਪੂਰਾ ਹੋ ਜਾਏਗਾ। ਇਹ ਫਿਰ ਆਪਣਾ ਮਨੋਰਥ ਦੱਸਦਾ ਹੈ ਜੀ। ਹਾਥ ਜੋਰ ਕਰ ਕਹਿਓ ਆਗਾਰੀ, ਜੇ ਆ ਬਰਾਬਰ ਕੇ ਕਰੁਣਾ ਧਾਰੀ। ਇਹਨੇ ਹੱਥ ਜੋੜ ਕੇ ਫਿਰ ਭਾਈ ਗੰਗਾ ਰਾਮ ਜੀ ਦੇ ਅੱਗੇ ਬੇਨਤੀ ਕੀਤੀ। ਕਹਿਣ ਲੱਗੇ ਜੇ ਹੁਣ ਆਪ ਜੀ ਕਿਰਪਾ ਕਰਨੀ ਲੱਗੇ ਹੋ, ਜੇ ਮੈਨੂੰ ਪੁੱਛਦੇ ਹੋ ਨਾ ਕਿ ਮੈਨੂੰ ਕੀ ਲੋੜ ਏ, ਮੈਨੂੰ ਕਾਹਦੀ ਘਾਟ ਏ, ਮੈਨੂੰ ਕਾਹਦੀ ਥੋੜ ਏ, ਤੇ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਜੀ। ਪੁੱਤਰ ਨਹੀਂ ਉਪਜਤ ਕਰ ਮੇਰੇ, ਹਾਰੇ ਕਰ ਉਪਚਾਰ ਕਨੇਰੇ। ਕਹਿੰਦਾ ਗੰਗਾ ਰਾਮ ਜੀ ਗੱਲ ਏਦਾਂ, ਰੱਬ ਨੇ ਧਨ ਦੌਲਤ ਬਹੁਤ ਦਿੱਤਾ ਹੈ, ਪਦਾਰਥਾਂ ਦੀ ਕੋਈ ਕਮੀ ਨਹੀਂ, ਕੋਈ ਘਾਟ ਨਹੀਂ, ਪਰ ਜੇ ਘਾਟ ਹੈ ਤੇ ਗਾਂ ਇਹਨਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਹੈ, ਗਾਂ ਇਹਨਾਂ ਨੂੰ ਖਰਚਣ ਵਾਲਾ ਵੀ ਕੋਈ ਨਹੀਂ ਹੈ। ਮੈਂ ਬੜੇ ਥਾਵਾਂ ਤੇ ਗਿਆ ਵਾਂ, ਬੜੇ ਯਤਨ ਕੀਤੇ ਨੇ, ਬੜੀਆਂ ਮੰਨਤਾਂ ਮੰਨੀਆਂ ਨੇ, ਪਰ ਕਿਧਰੋਂ ਖੈਰ ਨਹੀਂ ਪਈ, ਕਿਧਰੋਂ ਮੇਰੀ ਝੋਲੀ ਭਰੀ ਨਹੀਂ ਹੈ, ਮੇਰੀ ਝੋਲੀ ਖਾਲੀ ਦੀ ਖਾਲੀ ਹੈ। ਬਸ ਤੂੰ ਗੁਰ ਅਰਜੁਨ ਦੇਵ ਦਾ ਸਿੱਖ ਬਣਿਆ ਤੇ ਬਾਬੇ ਨਾਨਕ ਦੇ ਘਰ ਤੋਂ ਇਹ ਆਵਾਜ਼ ਆਉਂਦੀ ਏ ਕਿ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਸ ਪਾਵੇ ਉਹਦੇ ਘਰ ਸਭ ਕੁਝ ਏ, ਬਸ ਉਹਦੇ ਘਰੋਂ ਆਹ ਦਾਤ ਮੈਨੂੰ ਲੈ ਦੇ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਪਿਆਰ ਜਿਸ ਵੇਲੇ ਇਹ ਸਿੱਧੀ ਚੰਦ ਬੇਨਤੀ ਕਰਦਾ ਤੇ ਗੰਗਾ ਰਾਮ ਜੀ ਧੰਨ ਗੁਰ ਅਰਜੁਨ ਦੇਵ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਫਿਰ ਇਹ ਦਾਤ ਜਦੋਂ ਲੈ ਕੇ ਦਿੰਦੇ ਨੇ ਤੇ ਨਾਲ ਕੀ ਬਚਨ ਕਹਿੰਦੇ ਨੇ, ਇਹ ਆਪ ਜੀ ਨੇ ਕੱਲ ਦੇ ਦੀਵਾਨ ਅੰਦਰ ਸਰਵਣ ਕਰਨਾ ਜੀ। ਇਨੀ ਸੇਵਾ ਪ੍ਰਵਾਨ ਕਰਨੀ, ਹੋਈਆਂ ਬੇਅੰਤ ਭੁੱਲਾਂ ਮਾਫ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।